ਨਾਨਕ ਜਿਨ ਕਲ ਰਾਖੀ ਮੇਰੀ। ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਤੇ ਸਿੱਧ ਮੰਡਲੀ ਦੇ ਵਿੱਚ ਬੈਠੇ ਹਨ, ਜਿਨ੍ਹਾਂ ਦਾ ਗੁਰੂ ਗੋਰਖਨਾਥ ਹੈ। ਗੁਰੂ ਸਾਹਿਬ ਮਹਾਰਾਜ ਜੀ ਦੇ ਸਨਮੁਖ ਪਹਿਲਾਂ ਇੱਕ ਇੱਕ ਜੋਗੀ ਨੇ ਆ ਕੇ ਆਪਣੇ ਸਵਾਲ ਗੁਰੂ ਨਾਨਕ ਸਾਹਿਬ ਜੀ ਅੱਗੇ ਰੱਖੇ। ਸਤਿਗੁਰੂ ਜੀ ਨੇ ਬਾਖੂਬੀ ਜਵਾਬ ਦਿੰਦਿਆਂ ਇਹਨਾਂ ਦੇ ਮਨ ਨੂੰ ਸੰਤੁਸ਼ਟ ਕੀਤਾ, ਪਰ ਹਜੇ ਵੀ ਕੁਝ ਜੋਗੀ ਐਸੇ ਨੇ ਜਿਨ੍ਹਾਂ ਦਾ ਮਨ ਗੁਰੂ ਸਾਹਿਬ ਜੀ ਅੱਗੇ ਝੁਕਣ ਨੂੰ ਰਾਜ਼ੀ ਨਹੀਂ ਹੋਇਆ, ਜਿਨ੍ਹਾਂ ਦੇ ਮਨ ਵਿੱਚ ਹੰਕਾਰ ਹੈ, ਕ੍ਰੋਧ ਹੈ। ਸਤਿਗੁਰੂ ਮਹਾਰਾਜ ਜੀ ਸੁਮੇਰ ਪਰਬਤ ਤੇ ਜਦੋਂ ਸਿੱਧ ਮੰਡਲੀ ਪਹੁੰਚੇ, ਇਹਨਾਂ ਨੇ ਫਿਰ ਗੁਰੂ ਮਹਾਰਾਜ ਅੱਗੇ ਸਵਾਲ ਰੱਖੇ ਨੇ, ਜਿਨ੍ਹਾਂ ਦਾ ਜਵਾਬ ਗੁਰੂ ਸਾਹਿਬ ਦੇ ਰਹੇ ਨੇ। ਇਹਨਾਂ ਜੋਗੀਆਂ ਦੇ ਵਿੱਚੋਂ ਦੀ ਘੁੱਗੂਨਾਥ ਨਾਮ ਦਾ ਜੋਗੀ ਹੈ, ਚੰਬਾਨਾਥ, ਇਹ ਜਿਹੜੇ ਨਾਮ ਨੇ ਜੋਗੀਆਂ ਦੇ। ਸਤਿਗੁਰੂ ਜੀ ਨੇ ਇਹਨਾਂ ਸਾਰਿਆਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਮੇਰਾ ਜਿਹੜਾ ਮਤ ਹੈ ਉਹ ਕੰਨਾਂ ਦੇ ਵਿੱਚ ਮੁੰਦਰਾਂ ਪਾਉਣਾ ਨਹੀਂ, ਤਨ ਉੱਤੇ ਵਿਭੂਤੀ ਮਲਣੀ ਨਹੀਂ, ਪਰਿਵਾਰ ਨੂੰ ਸੰਸਾਰ ਨੂੰ ਤਿਆਗ ਕੇ ਇਸ ਤਰ੍ਹਾਂ ਪਹਾੜ ਦੀ ਚੋਟੀ ਤੇ ਆ ਕੇ ਬੈਠ ਜਾਣਾ ਮੇਰਾ ਮਤ ਨਹੀਂ। ਮਤ ਇਹ ਹੈ ਕਿ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਨੂੰ ਤਿਆਗੋ। ਅਸਲ ਜੋਗੀ ਉਹ ਹੈ ਜਿਹਦੀ ਸੁਰਤ ਨਿਰੰਕਾਰ ਦੇ ਨਾਲ ਜੁੜ ਗਈ। ਕੰਨਾਂ ਵਿੱਚ ਮੁੰਦਰਾਂ ਤੇ ਪਾ ਲਈਆਂ ਪਰ ਸੁਰਤ ਤਾਂ ਜੁੜੀ ਨਹੀਂ। ਤਨ ਤੇ ਵਿਭੂਤੀ ਮਲ ਲਈ, ਤਨ ਉੱਤੇ ਸਵਾਹ ਮਲ ਲਈ, ਪਰ ਅੰਦਰ ਸੁਰਤ ਤਾਂ ਜੁੜੀ ਨਹੀਂ। ਬਾਹਰੋਂ ਪਰਿਵਾਰ ਸੰਸਾਰ ਦਾ ਗ੍ਰਸਤ ਦਾ ਤਿਆਗ ਕਰ ਦਿੱਤਾ, ਪਰ ਮੰਗਣ ਵਾਸਤੇ ਫਿਰ ਗ੍ਰਸਤੀਆਂ ਦੇ ਦਰਵਾਜ਼ੇ ਤੇ ਖਲੋ ਜਾਂਦੇ ਹੋ। ਇਹ ਜੋਗੀਆਂ ਵਾਲਾ ਕੰਮ ਨਹੀਂ। ਯੋਗ ਉਹ ਹੁੰਦਾ ਜਿਹੜਾ ਅੰਜਨ ਵਿੱਚ ਰਹਿ ਕੇ ਨਿਰਅੰਜਨ ਹੋਵੇ। ਤੇ ਤੁਸੀਂ ਸੰਸਾਰ ਤੋਂ ਭੱਜਦੇ ਇੱਥੇ ਤੱਕ ਆ ਗਏ, ਪਰਿਵਾਰ ਨੂੰ ਗ੍ਰਸਤ ਨੂੰ ਤਿਆਗ ਕੇ ਆ ਗਏ। ਅੰਜਨ ਵਿੱਚ ਰਹਿ ਕੇ ਨਿਰਅੰਜਨ ਹੋਣ ਵਾਲੇ ਨੂੰ ਹੀ ਜੋਗੀ ਆਖਿਆ ਜਾਂਦਾ ਹੈ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਹ ਮਪਾਈ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਨਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ। ਅਗਲੇਰੇ ਪ੍ਰਸੰਗ ਵਿੱਚ ਕਵੀ ਸੰਤੋਖ ਸਿੰਘ ਜੀ ਜੋ ਜ਼ਿਕਰ ਕਰਦੇ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ। ਉਠੇ ਤਬ ਧਾਏ ਕਰ ਚਰਨ ਲਗਾਏ ਮਿਲੇ, ਹਿਰਦੇ ਹਰਿ ਖਾਏ ਦੋ ਬਹੁ ਸੁਖ ਪਾਏ ਕੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਯੋਗ ਮਤ ਦੀ ਗੱਲ ਇਹਨਾਂ ਦੇ ਸਨਮੁਖ ਰੱਖੀ ਵੀ ਮੈਂ ਤੁਹਾਡੇ ਵਾਂਗੂ ਜੋਗੀ ਨਹੀਂ ਹਾਂ ਤੇ ਨਾ ਹੀ ਮੇਰੇ ਤਨ ਉੱਤੇ ਤੁਹਾਡੇ ਵਰਗਾ ਕੋਈ ਪਹਿਰਾਵਾ ਹੈ। ਜਦੋਂ ਇੰਨੀ ਗੱਲ ਗੁਰੂ ਸਾਹਿਬ ਮਹਾਰਾਜ ਨੇ ਕੀਤੀ ਹੈ ਤੇ ਉਠੇ ਤਬ ਧਾਏ ਕਰ ਚਰਨ ਲਗਾਏ। ਇੱਕ ਘੁੱਗੂਨਾਥ ਨਾਮ ਦਾ ਜੋਗੀ ਜਿਹੜਾ ਚੰਬਾਨਾਥ ਨਾਮ ਦਾ ਜੋਗੀ ਉੱਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਗਏ। ਹਿਰਦੇ ਹਰਿ ਖਾਏ ਦੋ ਬਹੁ ਸੁਖ ਪਾਏ ਕੈ। ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਝੁਕ ਗਏ ਔਰ ਆਖਿਆ ਵੀ ਤੁਹਾਡੀ ਕਮਾਈ ਸਾਡੀ ਕਮਾਈ ਨਾਲੋਂ ਵੱਡੀ ਹੈ। ਧਿਆਨ ਰੱਖਣਾ ਇਹ ਉਹ ਘਰ ਹੈ ਜਿੱਥੇ ਸਾਡਾ ਮਨ ਝੁਕ ਜਾਣਾ ਚਾਹੀਦਾ ਹੈ। ਜੇ ਮਨ ਝੁਕੇਗਾ ਤੇ ਆਪਾਂ ਸੁੱਖ ਪਾਵਾਂਗੇ, ਜੇ ਮਨ ਨਹੀਂ ਝੁਕੇਗਾ ਤੇ ਫਿਰ ਦੁੱਖ ਹੀ ਦੁੱਖ ਹੈ। ਸੁੱਖ ਔਰ ਦੁੱਖ ਜੀਵਨ ਵਿੱਚ ਕਦੋਂ ਬਣਦੇ ਆ? ਗੁਰੂ ਸਾਹਿਬ ਕਹਿੰਦੇ ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਜਦੋਂ ਇਹਨਾਂ ਨੇ ਆਪਣਾ ਆਪਾ ਗੁਰੂ ਸਾਹਿਬ ਜੀ ਨੂੰ ਸਮਰਪਣ ਕੀਤਾ ਤੇ ਜਦੋਂ ਸਮਰਪਣ ਕਰਦੇ ਆ ਕਹਿੰਦੇ ਨੇ ਬਹੁਤ ਸੁੱਖ ਪਾਏ, ਇਹਨਾਂ ਦੇ ਮਨ ਨੂੰ ਬਹੁਤ ਸੁੱਖ ਸਕੂਨ ਮਿਲਿਆ ਹੈ। ਵੈਸੇ ਪੁੰਨ ਨਾਨਕ ਜੀ ਨਾਗਰ ਉਜਾਗਰ ਜੇ ਬੋਲੇ ਚੰਬਾਨਾਥ ਸੰਗ ਮੁਖ ਮੁਸਕਾਏ ਕੈ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਿਰਾਜਮਾਨ ਪੂਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਮਹਾਰਾਜ ਜੀ ਵਿਚਰ ਕੇ ਆਏ ਆ, ਜਿੱਥੋਂ ਜਿੱਥੋਂ ਚੱਲ ਕੇ ਕਿਰਪਾ ਬਖਸ਼ਿਸ਼ ਵਰਤਾਉਂਦੇ, ਭੁੱਲਿਆਂ ਨੂੰ ਭਟਕਿਆਂ ਨੂੰ ਸਿੱਧੇ ਮਾਰਗ ਤੇ ਪਾਉਂਦੇ ਆਏ ਨੇ, ਉੱਥੇ ਉੱਥੇ ਤੱਕ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਉਜਾਗਰ ਹੈ। ਭਾਵ ਜਿਸ ਰਾਹ ਤੋਂ ਆਏ ਨੇ ਉੱਥੇ ਹਰ ਕੋਈ ਕਹਿੰਦਾ ਧੰਨ ਗੁਰੂ ਨਾਨਕ। ਜਿਨ੍ਹਾਂ ਦਾ ਨਾਮ ਉਜਾਗਰ ਹੈ ਸੰਸਾਰ ਦੇ ਵਿੱਚ, ਐਸੇ ਧੰਨ ਗੁਰੂ ਨਾਨਕ ਸਾਹਿਬ ਜੀ ਮੁਸਕਰਾ ਕੇ ਚੰਬਾਨਾਥ ਨੂੰ ਸੰਬੋਧਨ ਕਰਕੇ ਬੋਲਦੇ ਹਨ। ਕੌਣ ਕਹੇ ਰਹਿਓ ਕੌਣ ਮਤਾ ਤੁਮ ਕਹੋ। ਸਾਹਿਬ ਜੀ ਕਹਿੰਦੇ ਹੁਣ ਦੱਸ ਤੂੰ ਕਿਹੜੇ ਗ੍ਰਹਿ ਦੇ ਵਿੱਚ ਰਹਿਣਾ, ਘਰ ਦੇ ਵਿੱਚ, ਔਰ ਕਿਹੜੀ ਤੇਰੀ ਮਤ ਹੈ। ਨਿਜ ਤੂਸ਼ਨ ਮਿਟਾਏ ਭੇਦ ਦੀਜੀਏ ਜੇ ਨਾਇਕ ਹੈ। ਆਹ ਜਿਹੜਾ ਤੂਸ਼ਨ ਚੁੱਪ ਕਰਕੇ ਜਿਹੜਾ ਬੈਠੇ ਆ, ਇਹਨੂੰ ਮਿਟਾ ਕੇ ਆਪਣੇ ਮਨ ਦਾ ਭੇਦ ਜਿਹੜਾ ਉਹ ਦੇਣਾ ਕਰੋ ਜੀ। ਸਿੱਧ ਸਭ ਬੋਲੇ ਆਪ ਰਹੇ ਅਨ ਬੋਲੇ। ਅੱਗੋਂ ਸਿੱਧਾ ਨੇ ਜਵਾਬ ਦਿੱਤਾ। ਮਹਾਰਾਜ ਨੇ ਭਾਵੇਂ ਇੱਕ ਨੂੰ ਸੰਬੋਧਨ ਕੀਤਾ, ਪਰ ਜਿਹੜੇ ਬਾਕੀ ਉਤਾਵਲੇ ਹੋਏ ਬੈਠੇ ਸੀ ਉਹ ਬੋਲੇ, ਕਹਿਣ ਲੱਗੇ ਵੀ ਆਪ ਰਹੇ ਅਨ ਬੋਲੇ। ਜੇ ਅਸੀਂ ਆਪਣੇ ਮਨ ਦਾ ਭੇਦ ਦੇਣਾ, ਪਰ ਤੁਸੀਂ ਵੀ ਤਾਂ ਕੁਝ ਬਹੁਤਾ ਨਹੀਂ ਬੋਲੇ। ਹਾਲਾਂਕਿ ਗੁਰੂ ਸਾਹਿਬ ਨੇ ਇਹਨਾਂ ਦੇ ਮਨ ਨੂੰ ਤਸੱਲੀ ਕਰਾਈ ਜਦੋਂ ਇੱਕ ਇੱਕ ਜੋਗੀ ਜਾਂਦਾ ਰਿਹਾ। ਹੁਣ ਤਾਂ ਗੁਰੂ ਸਾਹਿਬ ਆਪ ਪਰਬਤ ਤੇ ਪਹੁੰਚ ਗਏ। ਇਹਨਾਂ ਸਾਰਿਆਂ ਨੇ ਜਿਹੜੇ ਹਜੇ ਗੁਰੂ ਨਾਨਕ ਸਾਹਿਬ ਨੂੰ ਨਹੀਂ ਸਮਝ ਪਾਏ ਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਲਿਆ ਉਹਨਾਂ ਦੇ ਮਨ ਵਿੱਚ ਸ਼ਰਧਾ ਹੁੰਦੀ ਹੈ, ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਸਮਝਿਆ ਉਹਦੇ ਮਨ ਵਿੱਚ ਸ਼ੰਕਾ ਹੁੰਦੀ ਹੈ। ਇਸ ਲਈ ਇਹਨਾਂ ਦੇ ਹਜੇ ਮਨਾਂ ਵਿੱਚ ਸ਼ੰਕਾ ਜੋ ਗੁਰੂ ਸਾਹਿਬ ਜੀ ਨੂੰ ਬੋਲਦੇ ਹਨ। ਮਰ ਮਰਮ ਨਾ ਜਾਣਿਓ ਜਾਏ ਭਾਖਿਓ ਸੁਨਾਇਕ ਹੈ। ਕਹਿੰਦੇ ਨੇ ਅਸੀਂ ਹਜੇ ਤੁਹਾਡਾ ਮਰਮ ਭੇਦ ਨਹੀਂ ਜਾਣਿਆ, ਤੁਸੀਂ ਆਪਣਾ ਭੇਦ ਜਿਹੜਾ ਉਹ ਸਾਨੂੰ ਹਜੇ ਦਿੱਤਾ ਨਹੀਂ ਹੈ। ਬੋਲੇ ਬੋਲ ਹਾਰ ਕੋ ਤੋਲੇ ਤੋਲ ਹਾਰ ਜਾਊ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਮੈਂ ਆਪਣਾ ਮਰਮ ਦਾ ਮਤਲਬ ਭੇਦ, ਮੈਂ ਆਪਣਾ ਭੇਦ ਜਿਹੜਾ ਉਹ ਕੀ ਦੇਵਾਂ। ਬਸ ਇਹ ਸਮਝ ਲਓ ਕਿ ਬੋਲਣ ਹਾਰ ਜਿਹੜਾ ਹੈ ਉਹ ਬੁਲਾ ਰਿਹਾ ਹੈ। ਜਿਵੇਂ ਅਸੀਂ ਅੰਮ੍ਰਿਤ ਬਾਣੀ ਦਾ ਅਭਿਆਸ ਕਰੀਏ ਤੇ ਜਦੋਂ ਅੰਮ੍ਰਿਤ ਬਾਣੀ ਦਾ ਅਭਿਆਸ ਕਰਾਂਗੇ ਤੇ ਉੱਥੇ ਹੋਮੇ ਦੀ ਬੋਲੀ ਸਾਡੀ ਜਿਹੜੀ ਹੈ ਉਹ ਖਤਮ ਹੋਏਗੀ। ਉੱਥੇ ਫਿਰ ਬੰਦਾ ਇਹ ਨਹੀਂ ਕਹਿੰਦਾ ਵੀ ਮੈਂ ਬੋਲਦਾ, ਉੱਥੇ ਇਹੀ ਕਹਿੰਦਾ ਵੀ ਵਾਹਿਗੁਰੂ ਜੀ ਬੁਲਾਇਆ ਬੋਲੀ ਤੇਰਾ, ਕਿ ਮੈਂ ਤਾਂ ਤੇਰਾ ਬੁਲਾਇਆ ਹੋਇਆ ਬੋਲਦਾ। ਜੇ 15 ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹ ਕਹਿੰਦੇ ਨੇ ਅਸੀਂ ਨਹੀਂ ਬੋਲਦੇ, ਜੋ ਮਾਲਕ ਨੇ ਬੁਲਾਇਆ ਉਹ ਅਸੀਂ ਬੋਲੇ ਹਾਂ। ਤੇ ਜੇ ਉਹ ਮਾਲਕ ਨੇ ਜੋ ਬੁਲਾਇਆ ਉਹ ਬੋਲੇ ਆ ਤੇ ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਬੋਲ ਸੁਭਾਈਮਾਨ ਨੇ। ਜੇ 11 ਭੱਟ ਉਸਤਤ ਕਰਦੇ ਆ ਤੇ ਉਹ ਇਹ ਨਹੀਂ ਕਹਿੰਦੇ ਵੀ ਅਸੀਂ ਬੋਲਦੇ ਆ, ਉਹ ਕਹਿੰਦੇ ਜਿਵੇਂ ਮਾਲਕ ਨੇ ਰਸਨਾ ਤੇ ਆਪ ਬੁਲਵਾਇਆ, ਉਸਤਤ ਦੇ ਬੋਲ ਬੁਲਵਾਏ, ਉਹ ਅਸੀਂ ਉਸਤਤ ਵਿੱਚ ਬੋਲ ਬੋਲੇ ਆ, ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਈਮਾਨ ਹੈ। ਕਿਉਂਕਿ ਇਹ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਮੈਂ ਵਾਲੀ ਬੋਲੀ ਵਾਲੇ ਬੋਲ ਨਹੀਂ। ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਹ ਬੋਲ ਨੇ ਜਿੱਥੇ ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਤੇ ਨਾ ਹੀ ਹੋਮੇ ਦੀ ਬੋਲੀ ਮੇਰੇ ਮਾਲਕ ਨੂੰ ਪ੍ਰਵਾਨ ਹੈ। ਇੱਥੇ ਤੇ ਨਿਮਰਤਾ ਤੇ ਪਿਆਰ ਵਾਲੇ ਬੋਲ ਮੇਰੇ ਮਾਲਕ ਜੀ ਨੂੰ ਸੁਣਦੇ ਆ। ਜੇ ਕੋਈ ਹੰਕਾਰੀ ਜਿੰਨਾ ਮਰਜ਼ੀ ਉੱਚੀ ਕੂਕ ਕੇ ਸੁਣਾਈ ਜਾਏ ਤੇ ਮਹਾਰਾਜ ਕਹਿੰਦੇ ਮੈਨੂੰ ਤੇਰੀ ਆਵਾਜ਼ ਹੀ ਨਹੀਂ ਸੁਣਦੀ। ਕਿਉਂ? ਕਿਉਂਕਿ ਤੂੰ ਹੰਕਾਰ ਦੀ ਬੋਲੀ ਬੋਲਦਾ ਪਿਆ। ਇਸ ਲਈ ਇੱਥੇ ਕਹਿੰਦੇ ਨੇ ਉਹ ਬੋਲਣ ਹਾਰ ਜਿਹੜਾ ਉਹ ਬੁਲਾਉਂਦਾ ਹੈ।
ਔਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੋਲਣਹਾਰ ਜਿਹੜਾ ਹੈ ਉਹੀ ਤੋਲਣਾ ਕਰਨ ਵਾਲਾ ਹੈ। खेलै खेल हाल नहीं हमें कछ काज है। ਕਹਿੰਦੇ ਖਿਲਾਉਣ ਵਾਲਾ ਖੇਲਣਹਾਰ ਜਿਹੜਾ ਉਹ ਆਪ ਪਰਮੇਸ਼ਵਰ ਹੈ, ਉਹਦੀ ਬਣਾਈ ਹੋਈ ਖੇਡ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਇਹ ਖੇਡ ਉਹਦੀ ਹੈ, ਉਹੀ ਖਿਡਾ ਰਿਹਾ ਸਾਰੀ ਦੁਨੀਆ ਨੂੰ। ਇਸ ਲਈ ਇਹ ਸਾਡਾ ਇਹ ਕਾਜ ਨਹੀਂ ਹੈ, ਇਹ ਕਾਜ ਅਕਾਲ ਪੁਰਖ ਹੈ। ਦੇਖੋ ਗੁਰੂ ਨਾਨਕ ਸਾਹਿਬ ਨੇ ਭਾਵੇਂ ਪੂਰਬ ਵੱਲ ਗਏ, ਭਾਵੇਂ ਪੱਛਮ ਉੱਤਰ ਦੱਖਣ ਵੱਲ ਗਏ, ਬਾਬੇ ਤਾਰੇ ਚਾਰ ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਪਰ ਚਾਰੇ ਦਿਸ਼ਾਵਾਂ ਵਿੱਚ ਕਿਤੇ ਵੀ ਗੁਰੂ ਸਾਹਿਬ ਨੇ ਇਹ ਨਹੀਂ ਆਖਿਆ ਕਿ ਤੁਸੀਂ ਮੇਰੇ ਮਗਰ ਲੱਗੋ ਜਾਂ ਮੇਰੇ ਨਾਲ ਜੁੜੋ। ਨਹੀਂ, ਗੁਰੂ ਸਾਹਿਬ ਜੀ ਨੇ ਆਖਿਆ ਨਹੀਂ, ਇੱਕ ਓੰਕਾਰ ਦੇ ਨਾਲ ਜੁੜੋ, ਇੱਕ ਅਕਾਲ ਪੁਰਖ ਨਾਲ ਜੁੜੋ। ਜੇ ਆਪਾਂ ਆਰੰਭਤਾ ਦੀ ਬਾਣੀ ਵੇਖੀਏ, ਜਿਹੜੀ ਸਾਡੀ ਬਾਣੀ ਦੀ ਸ਼ੁਰੂਆਤ ਹੈ ਜਪਜੀ ਸਾਹਿਬ ਤੋਂ, ਜਪ ਨਾਮ ਹੈ, ਜਪਜੀ ਸਤਿਕਾਰ ਹੈ, ਤੇ ਜਪਜੀ ਸਾਹਿਬ ਦੀ ਬਾਣੀ ਦੀ ਸ਼ੁਰੂਆਤ ਹੀ ਗੁਰੂ ਸਾਹਿਬ ਨੇ ਇੱਕ ਓੰਕਾਰ ਤੋਂ ਕੀਤੀ ਹੈ। ਫਿਰ ਇੱਕ ਓੰਕਾਰ ਨੂੰ ਸਮਝਣ ਲਈ ਉਹਦੀ ਪਰਿਭਾਸ਼ਾ, ਉਹਦੀ ਡੈਫੀਨੇਸ਼ਨ ਨਾਲ ਦਿੱਤੀ ਹੈ। ਫਿਰ ਇਹ ਵੀ ਦੱਸ ਦਿੱਤਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਿਵੇਂ ਹੈ। ਇੱਕ ਓੰਕਾਰ ਤੋਂ ਲੈ ਕੇ ਸਹਿ ਭੰਗ ਤੱਕ ਸਾਨੂੰ ਪਰਮਾਤਮਾ ਦੀ ਪਰਿਭਾਸ਼ਾ ਦੱਸੀ ਹੈ। ਫਿਰ ਮਹਾਰਾਜ ਕਹਿੰਦੇ ਇਹਦੀ ਪ੍ਰਾਪਤੀ ਕਿਵੇਂ ਹੋਣੀ ਹੈ, ਗੁਰ ਪ੍ਰਸਾਦ, ਗੁਰੂ ਦੇ ਗਿਆਨ ਦੇ ਰਾਹੀਂ। ਇਸ ਲਈ ਗੁਰੂ ਸਾਹਿਬ ਨੇ ਕਿਤੇ ਨਹੀਂ ਆਖਿਆ ਵੀ ਤੁਸੀਂ ਮੇਰੇ ਨਾਲ ਜੁੜੋ, ਇੱਕ ਅਕਾਲ ਪੁਰਖ ਨਾਲ ਜੁੜਿਆ, ਉਹੀ ਖੇਡ ਬਣਾਉਣ ਵਾਲਾ, ਉਹੀ ਖਿਡਾਉਣ ਵਾਲਾ, ਉਹੀ ਬੋਲਣ ਦੀ ਤਾਕਤ ਦੇਣ ਵਾਲਾ, ਉਹ ਆਪ ਹੀ ਜਿਹੜਾ ਬੁਲਾਉਣ ਵਾਲਾ ਹੈ। गावे गान हार अटकावे अटकान हार। ਮਹਾਰਾਜ ਕਹਿੰਦੇ ਉਹੀ ਗਵਾਉਣ ਵਾਲਾ ਹੈ। ਉਹਦੇ ਕਹਿਣ ਤੋਂ ਭਾਵ ਕੀ ਹੈ, ਜਿੰਨੀ ਤਾਕਤ ਪਾਵਰ ਹੈ ਇਹ ਉਹਦੇ ਹੱਥ ਵਿੱਚ ਹੈ। ਉਹੀ ਬੋਲਣ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ। ਕਈ ਵਾਰੀ ਬੰਦਾ ਕਹਿੰਦਾ ਜੀ ਰੱਬ ਹੈ ਹੀ ਕੋਈ ਨਹੀਂ, ਤੇ ਜੇ ਰੱਬ ਅੱਖਾਂ ਵਿੱਚੋਂ ਜੋਤ ਲੈ ਲੇ ਤੇ ਹੈ ਕਿਸੇ 'ਚ ਪਾਵਰ ਦੁਨੀਆ ਵਿੱਚ? ਠੀਕ ਹੈ, ਚੋਟੀ ਦੇ ਡਾਕਟਰ ਬੈਠੇ ਆ, ਅੱਖਾਂ ਦੇ ਮਾਹਰ ਬੈਠੇ ਆ, ਪਰ ਉਹ ਵੀ ਕਹਿੰਦੇ ਆ ਅੱਖਾਂ ਬਦਲਣ ਦਾ ਤਾਂ ਲਾਭ ਹੈ ਜੇ ਪਿੱਛੋਂ ਦੀ ਅੱਖਾਂ ਵਿੱਚ ਜੋਤ ਆਉਂਦੀ ਹੋਏਗੀ। ਜੇ ਉਹਦੇ ਵਿੱਚ ਲਾਈਟ ਰੋਸ਼ਨੀ ਆਉਂਦੀ ਹੋਏਗੀ ਤਾਂ ਅੱਖਾਂ ਬਦਲਣ ਦਾ ਲਾਭ ਹੈ। ਅਸੀਂ ਅੱਖਾਂ ਬਦਲ ਦਿਆਂਗੇ, ਪਰ ਜੇ ਪਿੱਛੋਂ ਲੋਈ ਕੋਈ ਨਾ ਆਈ ਤੇ ਕੱਲੀਆਂ ਅੱਖਾਂ ਨੇ ਕੀ ਕਰਨਾ ਹੈ? ਆ ਜ਼ੁਬਾਨ ਹੈ, ਮਾਸ ਦਾ ਟੁਕੜਾ, ਤੇ ਜੇ ਵਿੱਚ ਬੋਲਣ ਦੀ ਤਾਕਤ ਹੀ ਨਾ ਹੋਏਗੀ ਤੇ ਬੰਦਾ ਜਿੰਨਾ ਮਰਜ਼ੀ ਜ਼ੋਰ ਲਾ ਲੇ ਨਹੀਂ ਬੋਲਦਾ। ਇਹ ਬੁਲਾਉਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਪਰਮੇਸ਼ਵਰ। ਸੱਚ ਜਾਣਿਓ, ਜੇ ਪਾਵਰ ਸਾਡੇ ਹੱਥ ਹੋਵੇ ਨਾ ਤੇ ਦੁਨੀਆ 'ਚ ਤਾਂ ਫਿਰ ਕੋਈ ਨੇਤਰਹੀਣ ਰਹਿਣਾ ਹੀ ਨਹੀਂ ਚਾਹੀਦਾ। ਅੱਜ ਨੇਤਰਹੀਣ ਬਕਾਇਦਾ ਜਿਹੜੇ ਉਹਨਾਂ ਦੇ ਥਾਂ ਬਣੇ ਹੋਏ ਆ, ਉਹਨਾਂ ਦੀ ਵੱਖਰੀ ਪੜ੍ਹਾਈ ਕਰਾਈ ਜਾ ਰਹੀ ਆ। ਔਰ ਕਿੰਨੇ ਐਸੇ ਗੁਰੂ ਘਰ ਦੇ ਕੀਰਤਨੀਏ ਸਿੰਘ ਨੇ, ਜੇ ਚਾਹਣ ਤਾਂ ਉਹ ਦੁਨੀਆ ਦੇ ਕਿਸੇ ਵੀ ਮਾਹਰ ਡਾਕਟਰ ਕੋਲ ਜਾ ਕੇ ਆਪਣੀਆਂ ਅੱਖਾਂ ਜਿਹੜੀਆਂ ਨੇ ਉਹ ਠੀਕ ਕਰਵਾ ਸਕਦੇ ਆ। ਪਰ ਗੱਲ ਇਹ ਵੀ ਇਹ ਪਾਵਰ ਸਾਡੇ ਹੱਥ ਵਿੱਚ ਨਹੀਂ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਹੱਥ ਵਿੱਚ ਹੈ। ਜੇ ਬੰਦਾ ਕਹੇ ਵੀ ਮੇਰੇ ਹੱਥ ਵਿੱਚ ਪਾਵਰ ਆ ਗਈ, ਮੈਂ ਇੰਨਾ ਗਿਆਨ ਰੱਖਦਾ, ਤੇ ਫਿਰ ਇਹ ਨੇਤਰਹੀਣ ਦੁਨੀਆ 'ਚ ਕੋਈ ਹੋਣਾ ਹੀ ਨਹੀਂ ਚਾਹੀਦਾ। ਕੋਈ ਵੀ ਜਿਹੜਾ ਉਹ ਗੂੰਗਾ, ਕੋਈ ਬਹਿਰਾ ਦੁਨੀਆ ਵਿੱਚ ਹੋਣਾ ਹੀ ਨਹੀਂ ਚਾਹੀਦਾ। ਇਹਦਾ ਮਤਲਬ ਕਿਸੇ ਹੱਥ ਵਿੱਚ ਤਾਂ ਇਹ ਪਾਵਰ ਹੈ ਨਾ। ਉਹ ਪਾਵਰ ਕਿਹਦੇ ਹੱਥ ਵਿੱਚ ਹੈ? ਪਰਮੇਸ਼ਵਰ ਦੇ ਹੱਥ ਵਿੱਚ। ਇਸ ਲਈ ਮਹਾਰਾਜ ਜੀ ਕਹਿੰਦੇ ਉਹੀ ਰਾਹ ਤੇ ਪਾਉਣ ਵਾਲਾ ਹੈ, ਉਹੀ ਤਰ੍ਹਾਂ ਗੁਣੀ ਮਾਇਆ ਬਣਾ ਕੇ ਸੁਰਤ ਨੂੰ ਉਹਦੇ ਵਿੱਚ ਅਟਕਾਉਣ ਵਾਲਾ ਹੈ। ਉਹ ਗਾਉਣ ਵਾਲਾ ਵੀ ਉਹ ਤੇ ਗਵਾਉਣ ਵਾਲਾ ਵੀ ਉਹ ਆਪ ਹੈ। जावे जान हार पुन भाज हार भाज है। ਸਭ ਕਹਿੰਦੇ ਜਾਣਨ ਹਾਰ ਵੀ ਉਹ ਆਪ ਹੈ, ਤੇ ਆਪਣਾ ਗਿਆਨ ਦੇਣ ਵਾਲਾ ਵੀ ਉਹ ਜਿਹੜਾ ਉਹ ਆਪ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਵੇਂ ਕੋਈ ਮਨਮੁਖ ਹੈ, ਭਾਵੇਂ ਕੋਈ ਗੁਰਮੁਖ ਹੈ, ਆਸਤਕ ਹੈ, ਭਾਵੇਂ ਨਾਸਤਕ ਹੈ, ਪਰ ਜੇ ਦੇਖਿਆ ਜਾਏ ਸਾਰੇ ਜੀਵ ਤਾਂ ਉਹਦੇ ਹੀ ਪੈਦਾ ਕੀਤੇ ਨੇ। ਹੁਣ ਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ ਦਿੱਤੀ ਹੈ, ਗੁਰਬਾਣੀ ਵਿੱਚ ਸਾਨੂੰ ਗਿਆਨ ਦਿੱਤਾ ਵੀ ਗੁਰਬਾਣੀ ਨੂੰ ਪੜ੍ਹ ਕੇ ਤੂੰ ਕੁਦਰਤ ਤੇ ਕਾਦਰ ਨੂੰ ਸਮਝਣਾ ਹੈ। ਪਰ ਜਿਹਨੇ ਗੁਰਬਾਣੀ ਪੜ੍ਹੀ ਸੁਣੀ ਹੀ ਨਹੀਂ, ਨਾ ਉਹਨੂੰ ਕੁਦਰਤ ਦੀ ਸਮਝ ਆਉਣੀ ਹੈ, ਨਾ ਕਾਦਰ ਦੀ ਆਉਣੀ ਹੈ। ਸਾਨੂੰ ਰਾਹ ਦੱਸ ਦਿੱਤਾ ਸੀ, ਪਰ ਤੁਰਨਾ ਤੇ ਆਪਾਂ ਹੈ ਨਾ। ਹੁਣ ਹਾਈਵੇ ਬਣ ਗਏ ਨੇ, ਉਹਦੇ ਉੱਤੇ ਬੋਰਡ ਲਾ ਦਿੱਤੇ ਗਏ ਨੇ ਵੀ ਇਹ ਫਲਾਣੀ ਸ਼ਹਿਰ ਨੂੰ ਰਸਤਾ ਜਾਂਦਾ ਹੈ, ਇਹ ਫਲਾਣੀ ਸ਼ਹਿਰ ਨੂੰ ਰਸਤਾ ਜਾਂਦਾ ਹੈ। ਸਿਰਫ ਰਾਹ ਬਣਾਏ ਤੇ ਬੋਰਡ ਉੱਪਰ ਲਾ ਦਿੱਤੇ, ਪਰ ਚੱਲਣਾ ਤੇ ਅਸੀਂ ਹੈ ਨਾ ਉਹਦੇ ਤੇ। ਕੱਲੇ ਰਾਹ ਤੇ ਇਕੱਲੇ ਬੋਰਡ ਨੇ ਕੁਝ ਨਹੀਂ ਕਰਨਾ, ਚੱਲਣਾ ਤੇ ਸਾਨੂੰ ਪੈਣਾ ਹੈ। ਸਾਨੂੰ ਗੁਰਬਾਣੀ ਨੇ ਦੱਸ ਦਿੱਤਾ ਵੀ ਆਹ ਰਾਹ ਹੈ ਤੇ ਆਹ ਕੁਰਾਹੇ ਪੈ ਗਿਆ ਤੇ ਆਹ ਨਤੀਜਾ ਨਿਕਲਣਾ ਹੈ। ਸਾਹਿਬ ਕਹਿੰਦੇ ਹੁਣ ਚੱਲਣਾ ਤੇ ਤੂੰ ਹੈ, ਤੇਰੇ ਤੇ ਡਿਪੈਂਡ ਕਰਦਾ ਵੀ ਤੂੰ ਮਾੜੇ ਰਸਤੇ ਚੱਲਣਾ ਹੈ ਕਿ ਚੰਗੇ ਰਸਤੇ ਚੱਲਣਾ ਹੈ। ਚੰਗੀ ਸੰਗਤ ਕੀਤਿਆਂ ਆਹ ਗੁਣ ਮਿਲਣਗੇ, ਮਾੜੀ ਸੰਗਤ ਕੀਤਿਆਂ ਆਹ ਅਵਗਣ ਤੇਰੇ ਵਿੱਚ। ਦੋ ਚੀਜ਼ਾਂ ਦਾ ਜ਼ਿਕਰ ਕੀਤਾ ਗੁਰਬਾਣੀ 'ਚ, ਇੱਕ ਸੁਚੱਜੀ ਤੇ ਇੱਕ ਕੁਚੱਜੀ, ਇੱਕ ਸੁਹਾਗਣ ਤੇ ਇੱਕ ਦੁਹਾਗਣ। ਹੁਣ ਅਸੀਂ ਦੇਖਣਾ ਨਾ ਵੀ ਦੋਵੇਂ ਰੱਖ ਦਿੱਤੇ ਸਾਹਮਣੇ ਮਹਾਰਾਜ ਨੇ ਵੀ ਆਹ ਕੁਚੱਜੀ ਵਾਲਾ ਜੀਵਨ ਹੈ ਤੇ ਆਹ ਸੁਚੱਜੀ ਵਾਲਾ। ਦੇਖਣਾ ਤੇ ਅਸੀਂ ਨਾ ਵੀ ਅਸੀਂ ਕਿਹੜੇ ਰਾਹ ਜਾਣਾ ਹੈ। ਗੁਰੂ ਸਾਹਿਬ ਨੇ ਕੁੜਿਆਰ ਤੇ ਸਚਿਆਰ ਦੀ ਵਿਚਾਰ ਸਾਡੇ ਸਾਹਮਣੇ ਰੱਖ ਦਿੱਤੀ। ਇਹ ਹੁਣ ਫੈਸਲਾ ਤੇ ਅਸੀਂ ਕਰਨਾ ਹੈ ਵੀ ਅਸੀਂ ਕੁੜਿਆਰ ਵਾਲੇ ਪਾਸੇ ਜਾਣਾ ਕਿ ਸਚਿਆਰ ਵਾਲੇ ਜਾਣਾ ਹੈ, ਕਿਉਂਕਿ ਉਹ ਸਾਡਾ ਹੀ ਲਿੱਤਾ ਹੋਇਆ ਫੈਸਲਾ ਉਹ ਫਲ ਬਣ ਕੇ ਸਾਡੇ ਜੀਵਨ ਵਿੱਚ ਆਵੇਗਾ। ਜੋ ਅਸੀਂ ਫੈਸਲਾ ਲੈਣਾ, ਉੱਥੇ ਦੋਸ਼ ਪਰਮੇਸ਼ਵਰ ਨੂੰ ਨਹੀਂ ਹੈ, ਉੱਥੇ ਦੋਸ਼ ਕਿਸੇ ਦੂਜੇ ਨੂੰ ਨਹੀਂ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੋ ਮੈਂ ਕੀਆ ਦਾ ਮਤਲਬ ਜੋ ਮੇਰਾ ਫੈਸਲਾ ਸੀ ਉਹ ਮੈਂ ਉਸ ਫੈਸਲੇ ਦੇ ਮੁਤਾਬਕ ਪਾ ਲਿਆ। ਇਸ ਲਈ ਸਾਹਿਬ ਜੀ ਨੇ ਆਖਿਆ ਦੁਨੀਆ ਵਿੱਚ ਭਾਵੇਂ ਕੋਈ ਆਸਤਕ ਹੈ, ਨਾਸਤਕ ਹੈ, ਹੁਣ ਜੋਗੀ ਵੀ ਜਿਹੜੇ ਆ ਇਹਨਾਂ ਨੂੰ ਵੀ ਤਾਂ ਜੀਵਨ ਦੇਣ ਵਾਲਾ ਪਰਮੇਸ਼ਵਰ ਹੀ ਹੈ। ਇਸ ਲਈ ਸਾਹਿਬ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਹੈ। रावण ना राम देव दानव ना नाम को। ਸਤਿਗੁਰੂ ਮਹਾਰਾਜ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਰਾਮ ਗਇਓ ਔਰ ਰਾਵਣ ਗਇਓ ਜਾਂ ਕੋ ਬੋ ਪਰਿਵਾਰ। ਇੱਥੇ ਸਦਾ ਨਾਮ ਰਹਿੰਦਾ ਕਿਹਦਾ ਹੈ? ਜਾਂ ਆਪਾਂ ਪਿਛਲੇ ਸਮੇਂ 'ਚ ਵੀ ਵਿਚਾਰਿਆ, ਜੋਗੀ ਕਹਿੰਦੇ ਆਦੇਸ਼ ਤੇ ਮਹਾਰਾਜ ਕਹਿੰਦੇ ਨਹੀਂ, ਆਦੇਸ਼ ਤੇ ਸਹਿ ਆਦੇਸ਼। ਆਦ ਅਨੀਲ ਅਨਾਦ ਅਨਾਹਤ ਜਿਹੜਾ ਜਿਹਦੀ ਹੱਤਿਆ ਹੀ ਨਹੀਂ ਕੀਤੀ ਜਾ ਸਕਦੀ, ਜਿਹਦਾ ਕਦੇ ਨਾਸ਼ ਹੀ ਨਹੀਂ ਹੋ ਸਕਦਾ, ਜੋ ਸਦੀਵੀ ਜੁਗ ਹੋ ਜੁਗ ਅਟਲ ਹੈ ਅਬਨਾਸ਼ੀ, ਜੋ ਨਾਸ਼ ਤੋਂ ਰਹਿਤ ਹੈ। ਬਾਕੀ ਸਾਰੇ ਨਾਮ ਮਿਟ ਜਾਣ ਵਾਲੇ ਨੇ, ਇੱਕੋ ਹੀ ਨਾਮ ਸਦੀਵੀ ਰਹਿਣ ਵਾਲਾ ਉਹ ਅਕਾਲ ਪੁਰਖ ਪਰਮੇਸ਼ਵਰ ਦਾ ਹੈ। एक ही को खेल सब एक ही विराज है। ਇਹ ਸਾਰਾ ਖੇਲ ਇੱਕ ਦਾ ਹੀ ਹੈ, ਔਰ ਸਾਰਾ ਖੇਲ ਬਣਾ ਕੇ ਸਾਰਿਆਂ ਦੇ ਵਿੱਚ ਇੱਕ ਹੀ ਬਿਰਾਜਮਾਨ ਹੈ। ਅਸੀਂ ਧਰਮਾਂ ਦੇ ਵਿੱਚ ਵੰਡੇ ਗਏ, ਅਸੀਂ ਮੁਲਕਾਂ ਵਿੱਚ ਵੰਡੇ ਗਏ, ਅਸੀਂ ਬੋਲੀਆਂ ਵਿੱਚ, ਭਾਸ਼ਾ ਵਿੱਚ ਵੰਡੇ ਗਏ, ਪਰ ਇਹਦਾ ਮਤਲਬ ਇਹ ਨਹੀਂ ਕਿ ਰੱਬ ਵੀ ਵੰਡਿਆ ਗਿਆ। ਉਹ ਸਾਰਿਆਂ ਦੇ ਵਿੱਚ ਇੱਕ ਹੀ ਬਿਰਾਜਮਾਨ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ। ਉਹ ਇੱਕ ਤੋਂ ਅਨੇਕ ਹੋ ਜਾਣ ਵਾਲਾ ਹੈ, ਅਨੇਕ ਤੋਂ ਫਿਰ ਇੱਕ ਹੋ ਜਾਣ ਵਾਲਾ ਹੈ। ਇਸ ਲਈ ਸਾਹਿਬ ਕਹਿੰਦੇ ਏਕ ਹੀ ਕੇ ਖੇਲ ਸਭ, ਸਾਰਾ ਖੇਡ ਤਮਾਸ਼ਾ ਇੱਕ ਦਾ ਹੀ ਬਣਾਇਆ ਹੈ। ਏਕ ਹੀ ਬਿਰਾਜ ਹੈ, ਸਾਰਿਆਂ ਦੇ ਵਿੱਚ ਇੱਕ ਹੀ ਬਿਰਾਜਮਾਨ ਹੈ। दिशा जो पसारा सब एक ने बिथारा। ਆ ਜਿੰਨਾ ਵੀ ਪਸਾਰਾ ਕੁਦਰਤ ਦਾ ਤੁਸੀਂ ਵੇਖ ਰਹੇ ਹੋ, ਇਹ ਪਸਾਰਾ ਕਿਹਨੇ ਕੀਤਾ ਹੈ? ਕੁਦਰਤ ਨੂੰ ਕਿਹਨੇ ਸਾਜਿਆ ਹੈ? ਇਹ ਸਾਰੀ ਕੁਦਰਤ ਨੂੰ ਸਾਜਣ ਵਾਲਾ ਇੱਕ ਹੀ ਹੈ, ਜਿਹਨੇ ਆਪਣੇ ਆਪ ਨੂੰ ਦੋ ਹਿੱਸਿਆਂ ਦੇ ਵਿੱਚ ਕੀਤਾ। ਇੱਕ ਨੂੰ ਨਿਰੰਕਾਰ ਕਹਿੰਦੇ, ਇੱਕ ਨੂੰ ਸੰਸਾਰ ਕਹਿੰਦੇ ਆ। ਅਸੀਂ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਪਾਉਣਾ ਹੈ। ਇਸ ਲਈ ਕਹਿੰਦੇ ਨੇ ਇਹ ਸਾਰਾ ਪਸਾਰਾ ਵੀ ਕੁਦਰਤ ਦਾ ਇੱਕ ਦਾ ਹੀ ਬਣਾਇਆ ਹੋਇਆ ਹੈ। ਜਦੋਂ ਅਸੀਂ ਸੋਧਰ ਦੀ ਬਾਣੀ ਦਾ ਪਾਠ ਕਰਦੇ ਹਾਂ ਰਹਿਰਾਸ ਸਾਹਿਬ ਦਾ, ਤੇ ਆਰੰਭ ਵਿੱਚ ਹੀ ਅਸੀਂ ਇਹ ਕਬੂਲਦੇ ਹਾਂ ਵੀ ਮਹਾਰਾਜ ਜੀ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ,
ਲਿਖਿਆ। ਕੁਦਰਤ ਜਿਹੜੀ ਤੁਸੀਂ ਆ ਪਸਾਰਾ ਕੁਦਰਤ ਦਾ ਪਸਾਰਿਆ, ਇਹਦੇ ਵਿੱਚ ਤੂੰ ਵਸਦਾ ਹੈ, ਪਰ ਤੇਰਾ ਅੰਤ ਕੋਈ ਨਹੀਂ ਲਿਖਿਆ ਜਾ ਸਕਦਾ। ਇਸ ਲਈ ਇਹ ਸਾਰਾ ਪਸਾਰਾ, ਇਹ ਸਾਰੀ ਖੇਡ ਇੱਕ ਦੀ ਹੈ। ਹਮ ਹਿਰਦੇ ਜੋ ਵਿਚਾਰਾ ਜਾਤੇ ਸੁਖ ਪਾਇਓ ਸੁਖ ਰਾਜ ਹੈ। ਸਾਹਿਬ ਕਹਿੰਦੇ ਜੋ ਅਸੀਂ ਵਿਚਾਰਿਆ ਉਹ ਤੁਹਾਡੇ ਸਨਮੁਖ ਰੱਖ ਦਿੱਤਾ, ਤੇ ਜਿਹੜਾ ਇਸ ਗੱਲ ਨੂੰ ਵਿਚਾਰ ਲੇਗਾ ਉਹ ਸੁੱਖ ਦਾ ਰਾਜ ਪਾ ਲਵੇਗਾ। ਮਿਲੇ ਹਰ ਖਾਏ ਸੁਖ ਪਾਏ ਸੀਸ ਨਾਏ ਕਰ। ਕਹਿੰਦੇ ਜਿਨ੍ਹਾਂ ਨੇ ਤਾਂ ਗੁਰੂ ਸਾਹਿਬ ਜੀ ਦੀ ਗੱਲ ਮੰਨ ਲਈ, ਜਿਹਨੂੰ ਸਮਝ ਆ ਗਈ ਗੁਰੂ ਦੀ, ਉਹਨਾਂ ਨੇ ਤਾਂ ਗੁਰੂ ਸਾਹਿਬ ਜੀ ਅੱਗੇ ਸੀਸ ਨਿਵਾ ਦਿੱਤਾ। ਸੀਸ ਨਿਵਾਉਣ ਦਾ ਮਤਲਬ ਹੁੰਦਾ ਹੈ ਕਿ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਜੋ ਤੁਸੀਂ ਕਹਿ ਰਹੇ ਹੋ ਅਸੀਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ। ਕਈ ਜੋਗੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਦੇ ਆ ਵੀ ਇਹ ਬਿਲਕੁਲ ਸਹੀ ਕਹਿ ਰਹੇ ਨੇ, ਉਹਨਾਂ ਨੇ ਤਾਂ ਸੀਸ ਨਿਵਾ ਦਿੱਤੇ। ਭ੍ਰਮ ਕੋ ਮਿਟਾਏ ਇਤੇ ਭਏ ਅਹਲਾਦ ਸੋ। ਉਹਨਾਂ ਦੇ ਅੰਦਰ ਦਾ ਭਰਮ ਮਿਟ ਗਿਆ। ਜਿਨ੍ਹਾਂ ਦਾ ਭਰਮ ਮਿਟ ਗਿਆ ਉਹਦੀ ਭਟਕਣਾ ਵੀ ਖਤਮ ਹੋ ਗਈ। ਜਿਹੜਾ ਭਰਮ ਹੈ ਇਹੀ ਭਟਕਣਾ ਦੇ ਵਿੱਚ ਪਾਉਂਦਾ ਹੈ। ਕਹਿੰਦੇ ਭਰਮ ਅੰਦਰ ਦਾ ਇਹਨਾਂ ਦਾ ਮਿਟ ਗਿਆ, ਔਰ ਜਦੋਂ ਭਰਮ ਮਿਟਿਆ ਤੇ ਅੰਦਰ ਖੁਸ਼ੀ ਖੇੜਾ ਇਹ ਜੀਵਨ ਬਣਿਆ ਹੈ। ਗੋਪੀ ਚੰਦ ਘੁੱਗੂਨਾਥ ਚੰਬਾਨਾਥ ਮੰਗਲ ਤੇ ਹਿਰਦੇ ਮੈਂ। ਕਹਿੰਦੇ ਜਿਹਨੇ ਇਹ ਜੋਗੀ ਨੇ ਗੋਪੀਨਾਥ ਵਰਗਾ, ਘੁੱਗੂਨਾਥ ਵਰਗਾ, ਚੰਬਾਨਾਥ, ਮੰਗਲਨਾਥ, ਇਹਨਾਂ ਦੇ ਹਿਰਦੇ ਵਿੱਚ ਆਨੰਦ ਭਏ ਭਰਥਰੀ ਆਦ ਸੋ। ਔਰ ਭਰਤਰੀ ਜੋਗੀ ਜਿਹੜੇ ਇਤ ਆਦਿਕ, ਆਦ ਦਾ ਮਤਲਬ ਇਤ ਆਦਿਕ ਜਿਹੜੇ ਹੋਰ ਨੇ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਗੱਲ ਸਮਝ ਲਈ, ਕਹਿੰਦੇ ਇਹਨਾਂ ਦੇ ਹਿਰਦੇ ਦੇ ਅੰਦਰ ਆਨੰਦ ਭਾਵ ਖੁਸ਼ੀ ਆ ਗਈ, ਕਿਉਂਕਿ ਇਹਨਾਂ ਨੂੰ ਜੀਵਨ ਸਮਝ ਆ ਗਿਆ ਕਿ ਅਸੀਂ ਇੱਥੇ ਬੈਠੇ ਐਵੇਂ ਯੋਗ ਸਾਧਨਾ ਕਰੀ ਜਾਂਦੇ ਹਾਂ, ਕੰਨਾਂ 'ਚ ਮੁੰਦਰਾਂ ਪਾ ਕੇ ਤੇ ਭੂਤੀ ਮਲ ਕੇ ਬੈਠੇ ਹੋਏ ਆ, ਅਸਲ ਦੇ ਵਿੱਚ ਸਾਨੂੰ ਨਿਰੰਕਾਰ ਦੀ ਤਾਂ ਸਮਝ ਕੋਈ ਨਹੀਂ ਆਈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਮਝਾਇਆ ਹੈ ਇਹ ਸੱਤ ਹੈ। ਜਦੋਂ ਇਹ ਸਮਝ ਆਏ ਤੇ ਜੀਵਨ ਵਿੱਚ ਆਨੰਦ ਬਣਿਆ ਹੈ। ਹਾਥ ਬੰਦ ਕਹੈ ਤੁਮ ਈਸ਼ਰ ਮੁਕੰਦ ਹੋ ਜੀ। ਉਹਨਾਂ ਨੇ ਹੱਥ ਜੋੜ ਲਏ। ਹੱਥ ਜੋੜ ਕੇ ਕਹਿੰਦੇ ਨੇ ਸਾਨੂੰ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਤੁਸੀਂ ਆਪ ਹੀ ਪਰਮੇਸ਼ਵਰ ਦਾ ਰੂਪ ਹੋ, ਜਿੱਥੋਂ ਤੱਕ ਸਾਨੂੰ ਇਹ ਗੱਲ ਸਮਝ ਆਈ ਹੈ। ਧਰਾ ਹੈ ਨਿਰੰਜਨ ਸਰੂਪ ਪਰਮਾਦ ਸੋ। ਤੁਸੀਂ ਮੁਕੰਦ ਹੋ, ਮੁਕਤੀ ਦੇ ਦਾਤਾ ਹੋ, ਜਿਹਦਾ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਚੱਕਰ ਨਹੀਂ, ਚੇਨ ਨਹੀਂ, ਜਿਹਦਾ ਕੋਈ ਆਕਾਰ ਨਹੀਂ, ਸ਼ਕਲ ਨਹੀਂ, ਸੂਰਤ ਨਹੀਂ ਹੈ, ਉਸ ਅਕਾਲ ਪੁਰਖ ਨਿਰੰਕਾਰ ਨੇ ਜੇ ਸਰੂਪ ਧਾਰਿਆ ਹੈ ਇਸ ਧਰਤੀ ਤੇ ਉਹ ਧੰਨ ਗੁਰੂ ਨਾਨਕ ਸਾਹਿਬ ਤੁਸੀਂ ਹੋ, ਜਿੱਥੋਂ ਤੱਕ ਸਾਨੂੰ ਸਮਝ ਆਈ ਹੈ। ਕੀਨੋ ਹੈ ਨਿਹਾਲ ਹਮੇ ਦੀਨੋ ਹੈ ਦੀਦਾਰਿਆਨ। ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਜੋ ਇੱਥੇ ਆ ਕੇ ਸਾਨੂੰ ਦੀਦਾਰ ਬਖਸ਼ੇ, ਔਰ ਦੀਦਾਰ ਦੇ ਨਾਲ ਨਾਲ ਦਰਸ਼ਨਾਂ ਦੇ ਨਾਲ ਨਾਲ ਆਪਣੇ ਬਚਨਾਂ ਰਾਹੀਂ ਨਿਹਾਲ ਵੀ ਕੀਤਾ ਹੈ। ਪਾਈ ਬਿਨ ਸੰਸੈਗਤ ਤੁਮਰੇ ਪ੍ਰਸਾਦ ਸੋ। ਪ੍ਰਸਾਦ ਦਾ ਅਰਥ ਵੀ ਕਿਰਪਾ ਹੈ। ਕਹਿੰਦੇ ਤੁਹਾਡੀ ਕਿਰਪਾ ਦੇ ਨਾਲ ਮਨ ਦਾ ਹਰ ਪ੍ਰਕਾਰ ਦਾ ਸ਼ੰਕਾ ਖਤਮ ਹੋ ਗਿਆ। ਮਨ ਵਿੱਚ ਜੋ ਸ਼ੰਕਾਵਾਂ ਸੀ ਤੁਹਾਡੇ ਬੋਲ ਸੁਣ ਕੇ ਉਹ ਸ਼ੰਕਾਵਾਂ ਮਿਟ ਗਈਆਂ। ਤੁਸੀਂ ਦੀਦਾਰ ਵੀ ਦਿੱਤੇ ਔਰ ਸਾਨੂੰ ਨਿਹਾਲ ਵੀ ਕੀਤਾ ਹੈ। ਕਿਤੇ ਹਰ ਖਾਏ ਪਏ ਕਿਤੇ ਹੀ ਸਮਾਨ ਰਹੇ। ਹੁਣ ਦੇਖੋ ਜ਼ਰੂਰੀ ਨਹੀਂ ਕਿ ਇੱਕ ਗੱਲ ਨਾਲ ਸਾਰੇ ਸਹਿਮਤ ਹੁੰਦੇ ਹੋਣ। ਜਿਨ੍ਹਾਂ ਨੂੰ ਸਮਝ ਆ ਗਈ ਉਹ ਸਹਿਮਤ ਹੋ ਗਏ, ਜਿਨ੍ਹਾਂ ਨੂੰ ਅਜੇ ਨਹੀਂ ਸਮਝ ਆਈ ਉਹ ਨਹੀਂ ਸਹਿਮਤ ਹੋਏ। ਇਸ ਲਈ ਜਿਨ੍ਹਾਂ ਨੂੰ ਸਮਝ ਆਈ ਉਹ ਤੇ ਬੜੇ ਖੁਸ਼ ਨੇ। ਉਹ ਤਾਂ ਕਹਿੰਦੇ ਗੁਰੂ ਸਾਹਿਬ ਜੀ ਤੁਹਾਡੇ ਬੋਲ ਸੁਣ ਕੇ ਮਨ ਸੰਤੁਸ਼ਟ ਹੋ ਗਿਆ, ਮਨ ਨੂੰ ਸਕੂਨ ਮਿਲਿਆ, ਨਹੀਂ ਤੇ ਮਨ ਹਰ ਵੇਲੇ ਅੰਦਰ ਬੇਚੈਨ ਰਹਿੰਦਾ ਸੀ, ਮਨ ਵਿੱਚ ਫਿਕਰ ਚਿੰਤਾਵਾਂ, ਪਰ ਤੁਹਾਡੇ ਬੋਲ ਸੁਣ ਕੇ ਮਨ ਵਿੱਚੋਂ ਕਹਿੰਦੇ ਨੇ ਉਹ ਚਿੰਤਾਵਾਂ ਹੀ ਮੁੱਕ ਗਈਆਂ। ਤੇ ਕਈ ਜਿਹੜੇ ਸੀ ਹਜੇ ਮਾਣ ਨਾਲ ਅੰਦਰ ਭਰੇ ਹਨ। ਕੇ ਉਰੇ ਸਿਖਾਏ ਬੈਨ ਕ੍ਰੋਧ ਸੋ ਉਚਾਰਿਆ। ਜਿਹੜੇ ਮਾਣ ਨਾਲ ਭਰੇ ਹੋਏ ਸਨ, ਹੰਕਾਰ ਦੇ ਨਾਲ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਗੱਲ ਨੂੰ ਨਹੀਂ ਸਮਝਿਆ, ਉਹਨਾਂ ਨੂੰ ਕ੍ਰੋਧ ਆ ਗਿਆ। ਤੇ ਜਦੋਂ ਕ੍ਰੋਧ ਆਏਗਾ ਤੇ ਕੀ ਹੋਏਗਾ? ਸਾਹਮਣੇ ਵਾਲੇ ਦਾ ਵਿਰੋਧ ਹੋਏਗਾ। ਹੁਣ ਹੰਕਾਰ ਨੇ ਕ੍ਰੋਧ ਨੂੰ ਜਨਮ ਦਿੱਤਾ। ਇਸ ਲਈ ਆਖਿਆ ਹਉਮੈ ਦੀ ਬਿਮਾਰੀ ਸਭ ਤੋਂ ਵੱਡੀ ਬਿਮਾਰੀ ਹੈ। ਇਸ ਹਉਮੈ ਦੀ ਬਿਮਾਰੀ ਨਾਲ ਅੱਗੋਂ ਬਿਮਾਰੀਆਂ ਪਤਾ ਨਹੀਂ ਕਿੰਨੀਆਂ ਲੱਗਦੀਆਂ ਨੇ, ਚਾਰ ਤਾਂ ਲੱਗਦੀਆਂ ਹੀ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਇਹ ਬਿਮਾਰੀਆਂ ਨੇ। ਇਸ ਤੋਂ ਵੱਡੀ ਬਿਮਾਰੀ ਹਉਮੈ ਦੀ ਰੋਗ ਹੈ। ਇਸ ਹਉਮੈ ਨੇ ਕ੍ਰੋਧ ਪੈਦਾ ਕਰ ਦਿੱਤਾ। ਹੁਣ ਕ੍ਰੋਧ ਦੇ ਵਿੱਚ ਆਏ ਹੋਏ ਰਿਸ ਖਾਏ ਬੈਨ ਕ੍ਰੋਧ ਸੋ ਉਚਾਰਿਆ, ਗੁੱਸੇ ਵਿੱਚ ਆਏ ਜੋਗੀ ਬੋਲਦੇ ਹਨ। ਦੇਖਿਆ ਤੇਰੀ ਕਲਾ ਤੂੰ ਤੋਂ ਬੋਲਤ ਹੈ ਬੋਲੀ ਉੱਚੇ। ਕਹਿੰਦੇ ਦੇਖ ਲਈ ਤੇਰੀ ਕਲਾ, ਤੇਰੇ ਬੋਲ ਬੜੇ ਉੱਚੇ ਆ, ਉਹ ਜਿਹੜੇ ਸਾਡੀ ਸਮਝ ਦੇ ਵਿੱਚ ਨਹੀਂ ਆਉਂਦਾ, ਤਾਂ ਹੀ ਤੇ ਹਜੇ ਹੰਕਾਰ ਹੈ ਅੰਦਰ। ਦੇਖੋ ਕਈਆਂ ਦੇ ਗੁਰਬਾਣੀ ਦੇ ਤੀਰ ਤਾਂ ਰੋਜ਼ ਚੱਲਦੇ, ਅਣਿਆਲੇ ਤੀਰ ਰੋਜ਼ ਚੱਲਦੇ ਨੇ, ਕੀਰਤਨ ਦੇ ਰਾਹੀਂ ਵੀ ਚੱਲਦੇ ਨੇ, ਪਾਠ ਰਾਹੀਂ ਵੀ ਚੱਲਦੇ ਆ, ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਵੀ ਤੀਰ ਚੱਲਦੇ ਨੇ, ਵਿਚਾਰਾਂ ਵਿੱਚ ਵੀ ਤੀਰ ਚੱਲਦੇ ਆ, ਪਰ ਕਈਆਂ ਦੇ ਉੱਤੋਂ ਲੰਘ ਜਾਂਦੇ ਆ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਜਾ ਕੇ ਤੀਰ ਵੱਜਦਾ ਉਹਨਾਂ ਦਾ ਜੀਵਨ ਹੀ ਬਦਲ ਜਾਂਦਾ ਹੈ, ਉਹਨਾਂ ਦੇ ਜੀਵਨ ਦੀ ਅਵਸਥਾ ਹੀ ਬਦਲ ਜਾਂਦੀ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ। ਇਹ ਅਣਿਆਲਾ ਤੀਰ ਐਸਾ ਜਿਹੜਾ ਵੱਜਦੇ ਮੁੜ ਕੇ ਨਿਕਲਦਾ ਕੋਈ ਨਹੀਂ। ਪਰ ਪਹਿਲੀ ਗੱਲ ਵੀ ਇਹ ਛੇਤੀ ਕਿਤੇ ਤੀਰ ਲੱਗਦਾ ਹੀ ਨਹੀਂ ਸਾਡੇ। ਕਈ ਵਾਰ ਅਸੀਂ ਕਹਿੰਦੇ ਹਾਂ ਸ਼ਬਦ ਤਾਂ ਸੁਣਿਆ ਸੀ ਪਰ ਉੱਤੋਂ ਹੀ ਲੰਘ ਗਿਆ, ਸਮਝ ਹੀ ਨਹੀਂ ਆਈ ਵੀ ਇਸ ਸ਼ਬਦ ਦਾ ਕੀ ਮਤਲਬ, ਕੀ ਅਰਥ ਹੈ। ਹੁਣ ਇੱਥੇ ਇਹਨਾਂ ਨੂੰ ਸਮਝ ਨਹੀਂ ਆਈ ਗੁਰੂ ਨਾਨਕ ਸਾਹਿਬ ਜੀ ਨੇ ਕੀ ਬੋਲਿਆ। ਕਹਿੰਦੇ ਤੁਹਾਡੇ ਬੋਲ ਤਾਂ ਉੱਚੇ ਨੇ, ਜਾਂ ਉੱਚੇ ਬੋਲ ਸਾਡੀ ਸਮਝ ਦੇ ਵਿੱਚ ਨਹੀਂ ਆਏ। ਤੁਸੀਂ ਜਿਹੜੀਆਂ ਕਲਾ ਸਾਨੂੰ ਦਿਖਾਈ ਹੈ, ਐਸੇ ਕਹੇ ਕਲਾ ਆਪ ਆਪਣੀ ਦਿਖਾਰੀਆ। ਤੁਸੀਂ ਤਾਂ ਆਪਣੇ ਵੱਲੋਂ ਉੱਚੇ ਬੋਲ ਬੋਲ ਕੇ ਆਪਣੀ ਕਲਾ ਸਾਨੂੰ ਦਿਖਾ ਦਿੱਤੀ ਹੈ। ਗੋਪੀ ਚੰਦ ਕਹੈ ਸੁਨੋ ਮੰਗਲ ਮਹਾਨ ਜੋਗੀ। ਜਿਹੜੇ ਜੋਗੀ ਹੰਕਾਰ ਦੇ ਨਾਲ ਭਰੇ ਹੋਏ ਕ੍ਰੋਧ ਵਿੱਚ ਗੁੱਸੇ 'ਚ ਆ ਕੇ ਗੁਰੂ ਨਾਨਕ ਸਾਹਿਬ ਨੂੰ ਬੋਲਦੇ ਆ ਨਾ ਵੀ ਦੇਖ ਲਈ ਤੇਰੀ ਕਲਾ, ਜਿਹੜੀ ਤੂੰ ਉੱਚੇ ਬੋਲ ਬੋਲ ਕੇ ਸਾਨੂੰ ਸੁਣਾਏ ਆ, ਅਸੀਂ ਦੇਖ ਲਿਆ ਵੀ ਆਹ ਤੇਰੇ ਕੋਲ ਕਲਾ ਹੈ। ਗੋਪੀ ਚੰਦ ਨੇ ਮਹਿਸੂਸ ਕੀਤਾ ਕਿ ਹਜੇ ਜਿਹੜੇ ਸਾਡੇ ਸਾਥੀ ਨੇ ਇਹਨਾਂ ਨੂੰ ਸਮਝ ਨਹੀਂ ਆਈ ਲੱਗਦਾ। ਉਸੇ ਵੇਲੇ ਗੋਪੀ ਚੰਦ ਮੰਗਲਨਾਥ ਨੂੰ ਕਹਿੰਦਾ ਹੈ ਕਰੇ ਬਾਦ ਮਦ ਮਤ ਭੇਦ ਨਾ ਵਿਚਾਰਿਆ। ਕਹਿੰਦੇ ਨੇ ਦੇਖੋ ਸਾਡੇ ਸਾਥੀ ਹਜੇ ਭੇਦ ਨਹੀਂ ਸਮਝ ਸਕੇ, ਇਹ ਰਮਜ਼ ਇਹਨਾਂ ਨੂੰ ਸਮਝ ਨਹੀਂ ਆ ਸਕੀ, ਤਾਂ ਹੀ ਇਹ ਝਗੜੇ ਦੀਆਂ ਗੱਲਾਂ ਨਾਨਕ ਜੀ ਦੇ ਸਨਮੁਖ ਕਰਦੇ ਹਨ। ਬਚਨ ਵਿਚਾਰ ਕੇ ਉਚਾਰਿਤ ਨਾ ਸੁਨੈ ਸੁਣ। ਕਹਿੰਦੇ ਨੇ ਬਚਨ ਨਾ ਇਹਨਾਂ ਨੇ ਵਿਚਾਰੇ ਨੇ ਤੇ ਨਾ ਇਹਨਾਂ ਨੇ ਧਿਆਨ ਲਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਸੁਣੇ ਹਨ। ਬਾਜੀਗਰ ਰੀਤ ਜੇਬ ਹੀਤ ਔਰ ਧਾਰਿਆ। ਕਹਿਣ ਲੱਗੇ ਬਾਜੀਗਰ ਜਿਹੜਾ ਹੁੰਦਾ ਨਾ ਉਹਦੇ ਹੱਥ ਵਿੱਚ ਕੀ ਹੁੰਦਾ ਹੈ? ਤਾਕਤ ਹੁੰਦੀ ਆਪਣੀ ਕਲਾ ਦਿਖਾਉਣ ਦੀ। ਉਹ ਜਿਵੇਂ ਵੀ ਜਿਸ ਤਰ੍ਹਾਂ ਜਿਵੇਂ ਤਰੀਕੇ ਨਾਲ ਢੰਗ ਨਾਲ ਉਹ ਆਪਣੀ ਕਲਾ ਸਾਹਮਣੇ ਰੱਖ ਕੇ ਦਿਖਾਉਂਦਾ ਹੈ। ਕਹਿੰਦੇ ਗੁਰੂ ਸਾਹਿਬ ਜੀ ਨੇ ਆਪਣੇ ਗਿਆਨ ਨਾਲ ਭਰਪੂਰ ਬੋਲਾਂ ਨਾਲ ਇਹਨਾਂ ਨੂੰ ਸਮਝਾਇਆ, ਪਰ ਇਹਨਾਂ ਨੇ ਧਿਆਨ ਲਾ ਕੇ ਸੁਣਿਆ ਹੀ ਕੋਈ ਨਹੀਂ, ਜਿਸ ਕਰਕੇ ਇਹ ਬਾਜੀਗਰ ਦੀ ਕਲਾ ਜਿਹੜੀ ਇਹਨਾਂ ਨੂੰ ਸਮਝ ਵਿੱਚ ਨਹੀਂ ਆ ਸਕੀ। ਜਾਂ ਅੱਜ ਵੀ ਗੁਰੂ ਸਾਹਿਬ ਮਹਾਰਾਜ ਜੀ ਜਦੋਂ ਵੀ ਆਪਾਂ ਜਪਜੀ ਸਾਹਿਬ ਦਾ ਪਾਠ ਕਰਾਂਗੇ ਤੇ ਜਦੋਂ ਸੁਣੇ ਐ ਵਾਲੀਆਂ ਪੌੜੀਆਂ ਦਾ ਪਾਠ ਕਰਾਂਗੇ, ਉਹਦਾ ਮਤਲਬ ਹੀ ਹੈ ਕਿ ਧਿਆਨ ਲਾ ਕੇ ਸੁਣਨ ਨਾਲ। ਸੁਣੇ ਐ ਨਾਲੇ ਨੂੰ ਸਿਹਾਰੀ ਦੀ ਆਵਾਜ਼ ਦੇ ਕੇ, ਐੜੇ ਨੂੰ ਦੁਲਾਵਾਂ ਦੀ ਆਵਾਜ਼ ਦੇ ਕੇ ਸੁਣੇ ਐ। ਤੇ ਜੇ ਅਸੀਂ ਉਹਨੂੰ ਸਿਹਾਰੀ ਨੂੰ ਬਿਹਾਰੀ ਬਣਾ ਦਾਂਗੇ ਤੇ ਫਿਰ ਅਰਥ ਬਦਲ ਜਾਣਾ। ਸੁਣੀਏ ਨਾ ਅਸੀਂ ਦੁਲਾਵਾਂ ਦਾ ਉਚਾਰਨ ਕੀਤਾ ਤੇ ਨਾ ਸਿਹਾਰੀ ਦਾ ਉਚਾਰਨ ਕੀਤਾ, ਉਹ ਬਣ ਗਿਆ ਸੁਣੀਏ। ਸੁਣੀਏ ਤੇ ਹੁੰਦਾ ਵੀ ਕਿਸੇ ਨੂੰ ਆਵਾਜ਼ ਮਾਰ ਕੇ ਕਹੀਏ ਵੀ ਮੇਰੀ ਗੱਲ ਸੁਣ। ਪਰ ਜਦੋਂ ਅਸੀਂ ਕਰਾਂਗੇ ਸੁਣੇ ਐ ਤਾਂ ਮਹਾਰਾਜ ਜੀ ਕਹਿੰਦੇ ਸੁਣਨ ਨਾਲ, ਧਿਆਨ ਲਾ ਕੇ ਸੁਣਨ ਨਾਲ ਤੇਰੇ ਦੁੱਖ ਤੇ ਪਾਪ ਦਾ ਨਾਸ਼ ਹੋ ਜਾਏਗਾ। ਸੁਣਿਆ ਦੁੱਖ ਪਾਪ ਕਾ ਨਾਸ਼, ਪਰ ਸੁਣਨਾ ਤੇ ਧਿਆਨ ਨਾਲ ਪੈਣਾ ਨਾ। ਅਰਦਾਸ ਵਿੱਚ ਵੀ ਸਾਡਾ ਧਿਆਨ ਟਿਕਿਆ ਹੋਣਾ ਜ਼ਰੂਰੀ ਹੈ ਤੇ ਬਾਰ-ਬਾਰ ਰਿਪੀਟ ਸਾਡੇ ਵਾਸਤੇ ਹੈ ਕਿ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇਰਾ ਧਿਆਨ ਅਰਦਾਸ ਬੇਨਤੀ 'ਚ ਹੋਣਾ ਚਾਹੀਦਾ ਹੈ ਜਦੋਂ ਅਸੀਂ ਨਾਮ ਸਿਮਰਨ ਵਿੱਚ ਜੁੜਨਾ। ਤੇ ਮਹਾਰਾਜ ਜੀ ਕਹਿੰਦੇ ਇਹ ਮਨ ਹਰ ਜੀ ਤੇ ਆਏ ਤੂੰ ਇੱਕ ਮਨ ਇੱਕ ਚਿੱਤ ਪਾਏ।
ਇੱਕ ਮਨ ਇੱਕ ਚਿੱਤ ਭਾਏ ਵਾਲੀ ਖੇਡ ਅੰਦਰ ਹੋਣੀ ਚਾਹੀਦੀ ਹੈ, ਫਿਰ ਸਾਨੂੰ ਅੰਮ੍ਰਿਤ ਬਾਣੀ ਵਿੱਚੋਂ ਦੀ ਰਸ ਮਿਲਣਾ ਹੈ, ਫਿਰ ਮਾਲਕ ਦੀਆਂ ਬਖਸ਼ਿਸ਼ਾਂ ਦੇ ਪਾਤਰ ਅਸੀਂ ਬਣ ਸਕਦੇ ਹਾਂ। ਇਹ ਮਨ ਹਰਜੀ ਤੇ ਆਏ ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛਤਾਏ। ਪਰ ਧਿਆਨ ਤਾਂ ਅੱਖਾਂ ਨੇ ਭਟਕਾ ਦਿੱਤਾ, ਧਿਆਨ ਤੇ ਕੰਨਾਂ ਨੇ ਭਟਕਾ ਦਿੱਤਾ। ਅਸੀਂ ਕੋਸ਼ਿਸ਼ ਕੀਤੀ ਸੀ ਧਿਆਨ ਲੱਗ ਜਾਏ, ਪਰ ਕੋਈ ਆਇਆ ਗਿਆ ਤੇ ਧਿਆਨ ਭਟਕ ਗਿਆ, ਕੋਈ ਬੋਲ ਐਸੇ ਕੰਨਾਂ ਵਿੱਚ ਪੈ ਗਏ ਤੇ ਧਿਆਨ ਵਿਖਰ ਗਿਆ ਸਾਡਾ। ਬੜਾ ਔਖਾ ਹੈ ਇਹ ਇੰਦਰੀਆਂ ਨੇ ਨਾ ਸਾਡੀਆਂ, ਇਹਨਾਂ ਇੰਦਰੀਆਂ ਨੂੰ ਕਾਬੂ ਵਿੱਚ ਰੱਖ ਕੇ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਨਾਲ ਜੁੜਨਾ ਇਹ ਔਖਾ ਹੈ। ਤਾਂ ਹੀ ਤੇ ਆਖਿਆ ਸੀ ਜਿਨ੍ਹਾਂ ਨੇ ਇਹ ਘਾਲਣਾ ਇਹ ਮਿਹਨਤ ਹੈ। ਕਈ ਕਹਿੰਦੇ ਜੀ ਪਾਠ ਕਰਨ 'ਚ ਕਿਹੜਾ ਜ਼ੋਰ ਲੱਗਦਾ ਹੈ, ਕਈ ਕਹਿੰਦੇ ਜੀ ਨਿਤਨੇਮ ਕਰਨ 'ਚ ਕਿਹੜਾ ਉੱਥੇ ਜ਼ੋਰ ਲੱਗਣਾ ਹੈ। ਸੱਚ ਜਾਣਿਓ, ਜਿੰਨਾ ਜ਼ੋਰ ਨਿਤਨੇਮ 'ਚ ਲੱਗਣਾ ਨਾ, ਤੇ ਇੰਨਾ ਜ਼ੋਰ ਤਾਂ ਸਾਰੀ ਦਿਹਾੜੀ ਵੀ ਬੰਦਾ ਨਹੀਂ ਲਾ ਸਕਦਾ। ਕਿਉਂਕਿ ਇੰਦਰੀਆਂ ਨੂੰ ਕਾਬੂ ਕਰਕੇ ਨਿਤਨੇਮ ਦੀ ਬਾਣੀ ਵਿੱਚ ਜੁੜਨਾ ਸੌਖੀ ਖੇਡ ਨਹੀਂ ਹੈ। ਅਸੀਂ ਤੇ ਹਜੇ ਪਹਿਲੀ ਪੌੜੀ ਪੜ੍ਹਦੇ ਹੁੰਦੇ ਹਾਂ ਤੇ ਧਿਆਨ ਹੋਰ ਪਾਸੇ ਹੋ ਜਾਂਦਾ ਹੈ, ਫਿਰ ਕਹਿੰਦੇ ਨਹੀਂ, ਫਿਰ ਤੀਜੀ ਤੋਂ ਚੌਥੀ ਪੌੜੀ ਪੜ੍ਹਦੇ ਹਾਂ ਤੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ, ਅੰਦਰ ਪਿਕਚਰ ਚੱਲਣ ਲੱਗ ਜਾਂਦੀ ਹੈ, ਅੰਦਰ ਸੀਨ ਹੋਰ ਚੱਲਣ ਲੱਗ ਜਾਂਦੇ ਆ। ਤੇ ਸਭ ਕਹਿੰਦੇ ਜਿਹਨੇ ਆ ਮਿਹਨਤ ਕਰ ਲਈ ਨਾ, ਉਹਦਾ ਮੁੱਖ ਮਾਲਕ ਦੇ ਘਰ ਉਜਲ ਹੋ ਜਾਂਦਾ ਹੈ। ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਮਸ਼ੱਕਤ ਦਾ ਅਰਥ ਕੀ ਹੈ? ਮਿਹਨਤ। ਘਾਲ ਘਾਲਣਾ ਘਾਲਣੀ, ਕਹਿੰਦੇ ਆ ਜਿਹਨੇ ਮਸ਼ੱਕਤ ਕੀਤੀ ਘਾਲਣਾ ਘਾਲੀਆ, ਜਿਹਨੇ ਨਾਮ ਤੇ ਆਇਆ ਹੈ, ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ। ਤੇ ਦਾ ਅਰਥ ਉਹਨਾਂ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਪਰ ਹੁਣ ਆ ਜਿਹੜੀਆਂ ਸਾਡੀਆਂ ਇੰਦਰੀਆਂ ਇਹ ਕਿੱਥੇ ਕਾਬੂ ਵਿੱਚ, ਇਹ ਤਾਂ ਬੇਕਾਬੂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ। ਇੱਥੇ ਉਹਨੇ ਆਖਿਆ ਮੰਗਲਨਾਥ ਨੂੰ, ਕਹਿੰਦੇ ਆ ਜਿਹੜੇ ਗੁਰੂ ਸਾਹਿਬ ਜੀ ਅੱਗੇ ਕ੍ਰੋਧ ਵਿੱਚ ਆ ਕੇ ਬੋਲ ਰਹੇ ਨੇ, ਇਹਨਾਂ ਦੀ ਮੱਤ ਇੰਨੀ ਮੰਦੀ ਹੈ, ਇਹਨਾਂ ਨੂੰ ਨਾਨਕ ਜੀ ਦੇ ਬੋਲ ਸਮਝ ਵਿੱਚ ਨਹੀਂ ਆਏ, ਜਿਸ ਕਰਕੇ ਇਹ ਵਾਦ ਵਿਵਾਦ ਦੀਆਂ ਗੱਲਾਂ ਕਰ ਰਹੇ ਹਨ। ਬੋਲਿਓ ਮੰਗਲਨਾਥ ਜੋ ਕੁਛ ਕਰਤ ਹੈ ਕਰਨ ਦਿਓ। ਅੱਗੋਂ ਮੰਗਲਨਾਥ ਕਹਿੰਦਾ ਗੋਪੀ ਚੰਦ ਨੂੰ, ਕਹਿਣ ਲੱਗਾ ਗੋਪੀਨਾਥ ਕੋਈ ਗੱਲ ਨਹੀਂ, ਕਰਨ ਦਿਓ ਇਹਨਾਂ ਨੂੰ, ਜੋ ਕਰਦੇ ਆ ਬੋਲਣ ਦਿਓ, ਜੋ ਇਹ ਕ੍ਰੋਧ ਵਿੱਚ ਆ ਕੇ ਬੋਲਦੇ ਆ ਇਹਨਾਂ ਨੂੰ ਬੋਲ ਲੈਣ ਦਿਓ। ਸਭ ਤੇ ਵੱਡ ਜਗ ਨਾਥ ਕਰੇ ਮਾਨ ਕੋ ਹਾਨ ਮਨ। ਕਿਉਂਕਿ ਜਿਹੜਾ ਸਾਹਮਣੇ ਆ ਨਾ ਬੈਠਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ, ਉਹ ਨਾਥਾਂ ਦਾ ਵੀ ਨਾਥ ਹੈ, ਉਹ ਸਭ ਤੋਂ ਵੱਡਾ। ਹੁਣ ਇਹ ਵੀ ਜੋਗੀ ਨੇ, ਉਹ ਵੀ ਜੋਗੀ ਨੇ ਜਿਹੜੇ ਤਰਕ ਕਰ ਰਹੇ ਨੇ, ਇਹ ਵੀ ਜੋਗੀ ਨੇ ਜਿਨ੍ਹਾਂ ਨੂੰ ਨਾਨਕ ਜੀ ਦੀ ਸਮਝ ਆ ਗਈ ਹੈ। ਕਹਿਣ ਲੱਗੇ ਕੋਈ ਗੱਲ ਨਹੀਂ, ਬੋਲਣ ਦਿਓ। ਕਿੰਨਾ ਬੋਲ ਲੈਣਗੇ, ਕਿੰਨਾ ਗੁਰੂ ਸਾਹਿਬ ਅੱਗੇ ਕ੍ਰੋਧ ਕਰ ਲੈਣਗੇ, ਵਾਦ ਵਿਵਾਦ ਵਾਲੀਆਂ ਗੱਲਾਂ ਕਰ ਲੈਣਗੇ, ਕਿਉਂਕਿ ਸਾਹਮਣੇ ਬੈਠਾ ਹੋਇਆ ਕੋਈ ਆਮ ਮਨੁੱਖ ਨਹੀਂ ਹੈ, ਸਾਹਮਣੇ ਤੇ ਨਾਥਾਂ ਦਾ ਨਾਥ ਬੈਠਾ ਹੋਇਆ ਹੈ, ਉਹ ਵੱਡੀ ਕਮਾਈ ਵਾਲਾ ਬੈਠਾ ਹੋਇਆ ਹੈ। ਉਹਨੇ ਆਪੇ ਹੀ ਮਨ ਕੋ ਹਾਨ, ਇਹਨਾਂ ਦੇ ਮਨ ਦੇ ਹੰਕਾਰ ਨੂੰ ਤੋੜ ਦੇਣਾ ਹੈ। ਇਨ ਤੇ ਨਾ ਲਗੂ ਸਊ ਹਾਰੇ ਕਿਤ ਵਿਦ ਨਹੀਂ। ਕਹਿੰਦੇ ਇਨ ਤੇ ਨਾ ਲਗੂ ਸਊ, ਲਗੂ ਮੈਨੇ ਛੋਟਾ। ਆ ਜਿਹੜੇ ਬੋਲਦੇ ਨੇ ਗੁੱਸੇ ਵਿੱਚ ਆ ਕੇ, ਨਾਨਕ ਤਪਾ ਜੀ ਇਹਨਾਂ ਤੋਂ ਛੋਟੇ ਨਹੀਂ ਹੈ। ਇਹਨਾਂ ਦੀ ਕਮਾਈ ਜਿਹੜੀ ਆ ਇਹਨਾਂ ਸਾਡੇ ਜੋਗੀਆਂ ਨਾਲੋਂ ਕਿਤੇ ਕਈ ਗੁਣਾ ਵੱਡੀ ਇਹਨਾਂ ਦੀ ਕਮਾਈ ਹੈ। ਸੋ ਹਾਰੇ ਕਿਤ ਬਿਦ ਨਹੀਂ, ਇਹ ਨਾਨਕ ਤਪਾ ਜੀ ਕਿਸੇ ਤਰੀਕੇ ਵੀ ਇਹਨਾਂ ਦੇ ਅੱਗੇ ਹਾਰ ਮੰਨਣ ਵਾਲੇ ਨਹੀਂ, ਸਗੋਂ ਇਹਨਾਂ ਨੂੰ ਹਾਰ ਮੰਨ ਕੇ ਗੁਰੂ ਨਾਨਕ ਸਾਹਿਬ ਅੱਗੇ ਝੁਕਣਾ ਪਵੇਗਾ। ਲੱਜਤ ਹੋਇ ਹਟੈ ਸਭ ਮਾਨ ਹੈ ਵਿਸ਼ੇਕ। ਇਹ ਆਪੇ ਲੱਜਤ ਹੋ ਕੇ ਪਿੱਛੇ ਹਟ ਜਾਣਗੇ, ਆਪੇ ਸ਼ਰਮਿੰਦੇ ਹੋ ਕੇ ਪਿੱਛੇ ਹਟ ਜਾਣਗੇ ਜਦੋਂ ਇਹਨਾਂ ਦਾ ਜ਼ੋਰ ਨਾ ਚੱਲਿਆ। ਬਲ ਕੋ ਲਗਾਏ ਬਾਣ ਪਾਹਨ ਚਲਾਏ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਪਤਾ ਕਿਦਾਂ ਦੇ ਨੇ? ਬਨ ਕਹਿੰਦੇ ਬਾਣ ਦਾ ਅਰਥ ਹੁੰਦਾ ਤੀਰ, ਪਾਹਨ ਦਾ ਅਰਥ ਹੁੰਦਾ ਪੱਥਰ। ਜੇ ਨਾਨਕ ਜੀ ਦੇ ਬੋਲ ਪੱਥਰ ਤੇ ਵੀ ਚੱਲ ਜਾਣ ਤਾਂ ਉਹ ਪੱਥਰ ਨੂੰ ਵੀ ਚੀਰ ਕੇ ਲੰਘ ਜਾਂਦੇ ਆ। ਸਾਡਾ ਹਿਰਦਾ ਕੀ ਹੈ? ਪੱਥਰ ਦਾ ਹੀ ਹੈ। ਜਦੋਂ ਸਾਡੇ ਅੰਦਰ ਦਇਆ ਨਹੀਂ, ਤਰਸ ਨਹੀਂ, ਰਹਿਮ ਨਹੀਂ, ਤੇ ਪੱਥਰ ਹੀ ਹੈ ਨਾ ਅੰਦਰ ਦਿਲ ਸਾਡਾ, ਤੇ ਪੱਥਰ ਹਿਰਦੇ ਵਿੱਚ ਦਇਆ ਤਰਸ ਰਹਿਮ ਹੁੰਦਾ ਹੀ ਕੋਈ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਪੰਜਾ ਸਾਹਿਬ ਦੇਖਦੇ ਆ ਨਾ, ਪੰਜਾ ਸਾਹਿਬ ਦਾ ਅਸਥਾਨ, ਉੱਥੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ, ਜਿਹੜਾ ਪੱਥਰ ਦਿਲ ਇੱਕ ਘੁੱਟ ਪਾਣੀ ਦਾ ਪਿਆਉਣ ਨੂੰ ਤਿਆਰ ਨਹੀਂ ਸੀ। ਭਾਈ ਮਰਦਾਨਾ ਜੀ ਕਹਿੰਦੇ ਸੀ ਵੀ ਪਿਆਸ ਬੜੀ ਲੱਗੀ ਆ, ਮੈਂ ਮਸਾਂ ਪਹਾੜੀ ਚੜ੍ਹ ਕੇ ਆਇਆ, ਤੇ ਤੂੰ ਥੋੜਾ ਜਿਹਾ ਪਾਣੀ ਪੀਣ ਨੂੰ ਦੇ ਦੇ, ਮੇਰੀ ਪਿਆਸ ਬੁੱਝੇਗੀ। ਉਹਨੇ ਆਖਿਆ ਜਾ ਪਰਾਂ ਹੋਏ, ਤੈਨੂੰ ਪਾਣੀ ਦੀ ਇੱਕ ਬੂੰਦ ਨਹੀਂ ਮਿਲਣੀ। ਤੇ ਸਤਿਗੁਰੂ ਮਹਾਰਾਜ ਫਿਰ ਕਹਿੰਦੇ ਭਾਈ ਮਰਦਾਨਾ ਜੀ ਚਿੰਤਾ ਨਾ ਕਰ, ਉਹਦਾ ਹਿਰਦਾ ਹੀ ਪੱਥਰ ਦਾ ਹੈ, ਤੇ ਸਾਨੂੰ ਪੱਥਰ ਦੇ ਹਿਰਦੇ ਪਿਘਲਾਉਣੇ ਆਉਂਦੇ ਆ। ਸੋ ਸਾਰਾ ਪਾਣੀ ਜਦੋਂ ਥੱਲੇ ਪਹਾੜੀ ਤੋਂ ਆਇਆ, ਇਹਨੇ ਪਹਾੜੀ ਉੱਤੋਂ ਦੀ ਸੁੱਟੀ ਤੇ ਮਹਾਰਾਜ ਨੇ ਹੱਥ ਨਾਲ ਜਦੋਂ ਰੋਕੀ ਆ। ਅੱਜ ਵੀ ਜਿਨ੍ਹਾਂ ਨੇ ਦਰਸ਼ਨ ਕੀਤੇ ਆ, ਉਹ ਪੰਜਾ ਸਾਹਿਬ ਦੇ ਅਸਥਾਨ ਦੇ, ਉਹ ਪਾਣੀ ਦਾ ਪ੍ਰਵਾਹ, ਜਲ ਦਾ ਪ੍ਰਵਾਹ ਉਸੇ ਤਰ੍ਹਾਂ ਚੱਲਦਾ ਹੈ। ਉਹ ਸਾਨੂੰ ਅੱਜ ਵੀ ਦੱਸਦਾ ਹੈ ਕਿ ਬਾਬੇ ਨਾਨਕ ਜੀ ਦੇ ਚਰਨਾਂ ਵਿੱਚ ਜੁੜਨ ਜਾਓ, ਉਹ ਪੱਥਰ ਨੂੰ ਵੀ ਪਿਘਲਾ ਕੇ ਉਹਦੇ ਵਿੱਚੋਂ ਦੀ ਕਹਿਣ ਲੱਗੇ ਉਹ ਜਲ ਦੇ ਪ੍ਰਵਾਹ ਚਲਾ ਦਿੰਦਾ ਹੈ। ਇੱਥੇ ਆਖਿਆ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਬਾਣ ਦੀ ਤਰ੍ਹਾਂ ਨੇ। ਬਾਣ ਦਾ ਅਰਥ ਹੁੰਦਾ ਤੀਰ, ਪਾਹਨ ਚਲਾਏ, ਜਿਹੜਾ ਪੱਥਰ ਵੱਲ ਨੂੰ ਚੱਲ ਜਾਏ ਤੇ ਪੱਥਰ ਨੂੰ ਵੀ ਚੀਰ ਕੇ ਰੱਖ ਦਿੰਦਾ ਹੈ। ਜੈਸੇ ਤੈਸੇ ਗੋਪੀ ਚੰਦ ਖੇ। ਉਸ ਵੇਲੇ ਕਹਿੰਦੇ ਨੇ ਜਦੋਂ ਆਪਸ ਵਿੱਚ ਇਹ ਗੱਲਾਂ ਕਰ ਰਹੇ ਨੇ ਕਿ ਕੋਈ ਗੱਲ ਨਹੀਂ, ਜਿਹੜੇ ਵਿਰੋਧ ਕਰਦੇ ਆ ਕਰਨ ਦਿਓ, ਕ੍ਰੋਧ ਕਰਦੇ ਆ ਕਰਨ ਦਿਓ, ਕਿਉਂਕਿ ਸਾਹਮਣੇ ਵਾਲੇ ਦੀ ਕਮਾਈ ਛੋਟੀ ਨਹੀਂ ਹੈ, ਉਹ ਡੋਲਣ ਵਾਲਾ, ਘਬਰਾਉਣ ਵਾਲਾ, ਡਰਨ ਵਾਲਾ ਨਹੀਂ ਹੈ, ਇਹਨਾਂ ਅੱਗੇ ਝੁਕਣ ਵਾਲਾ ਨਹੀਂ ਹੈ, ਇਹਨਾਂ ਨੂੰ ਝੁਕਣਾ ਪਏਗਾ, ਬਸ ਤੁਸੀਂ ਦੇਖਦੇ ਰਹੋ। ਜੈਸੇ ਤੈਸੇ ਗੋਪੀ ਚੰਦ ਤੁਮ ਕੌਤਕ ਤੋਂ ਦੇਖੀਏ। ਕਹਿੰਦੇ ਗੋਪੀ ਚੰਦ ਜਿੱਦਾਂ ਕਿਦਾਂ ਵੀ ਆ ਨਾ, ਬਸ ਚੁੱਪ ਕਰਕੇ ਦੇਖ ਕੀ ਹੁੰਦਾ। ਆ ਜਿਹੜੇ ਕੌਤਕ ਇੱਥੇ ਵਰਤਨੇ ਉਹ ਦੇਖਣਾ ਕਰ। ਭੰਗਰ ਸੁਰਤ ਸਿੱਧ ਝੰਗਰ ਨਿਰਤ ਸਿੱਧ। ਕਹਿੰਦੇ ਇਹ ਜਿਹੜੇ ਜੋਗੀ ਨੇ ਭੰਗਰਨਾਥ ਹੋ ਗਏ, ਔਰ ਸੁਰਤਨਾਥ ਵਰਗੇ, ਝੰਗਰਨਾਥ ਵਰਗੇ ਨਿਰਤ, ਇਹ ਜਿੰਨੇ ਆਪਣੇ ਆਪ ਨੂੰ ਸਿੱਧ ਜੋਗੀ ਆਖਾਉਂਦੇ ਹਨ। ਲੰਗਰ ਕਨਕ ਸ਼ੰਭੂਨਾਥ ਕਿਤੇ ਲਿਖੀਏ। ਕਹਿੰਦੇ ਲੰਗਰਨਾਥ ਵਰਗੇ ਔਰ ਕਨਕਨਾਥ, ਸ਼ੰਭੂਨਾਥ ਵਰਗੇ ਜਿਹੜੇ ਉਸ ਵੇਲੇ ਸਿੱਧ ਜੋਗੀ ਹਨ। ਰਿਦੇ ਰਿਸ ਖਾਈ ਮੇਰੇ ਗਾਨੀ ਜੇ ਉਡਾਈ। ਇਹ ਸਾਰੇ ਹੀ ਦੇਖ ਰਹੇ ਨੇ, ਜਿਨ੍ਹਾਂ ਨੂੰ ਗੁੱਸਾ ਜਿਹੜਾ ਸੀ ਹੱਦ ਨਾਲੋਂ ਵੱਧ ਆ ਗਿਆ। ਧਿਆਨ ਰੱਖਿਓ, ਇਹ ਕਾਮ ਔਰ ਕ੍ਰੋਧ ਇਹ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੇ ਆ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਕਹਿੰਦੇ ਇਹ ਕਾਇਆ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਗੁੱਸਾ, ਬਾਬਾ ਫਰੀਦ ਸਾਹਿਬ ਕਹਿੰਦੇ ਐਵੇਂ ਰੋਗ ਕਿਉਂ ਪੱਲੇ ਲਾ ਕੇ ਬੈਠਾ ਹੈ? ਅੱਗੇ ਨਹੀਂ ਬਿਮਾਰੀਆਂ ਮੁੱਕਦੀਆਂ ਸਾਡੀਆਂ, ਸਰੀਰ ਕਰਕੇ ਅਸੀਂ ਇੰਨੇ ਰੋਗੀ ਹੋਏ ਪਏ ਆ। ਬੰਦਾ ਕਈ ਵਾਰੀ ਕਹਿੰਦਾ ਵੀ ਜੇ ਮੈਂ ਚੈੱਕਅਪ ਕਰਾਵਾਂ ਕੋਈ ਨਾ ਕੋਈ ਦਿਨ ਬਿਮਾਰੀ ਨਿਕਲ ਹੀ ਆਉਣੀ ਹੈ, ਉਹ ਡਰਦਾ ਚੈੱਕਅਪ ਵੀ ਕੋਈ ਨਹੀਂ ਕਰਾਉਂਦਾ, ਕਿਉਂਕਿ ਪਤਾ ਹੈ ਕੋਈ ਨਾ ਕੋਈ ਬਿਮਾਰੀ ਤਾਂ ਜ਼ਰੂਰ ਨਿਕਲ ਆਏਗੀ। ਅਸੀਂ ਸਰੀਰ ਕਰਕੇ ਤਾਂ ਰੋਗੀ ਹਾਂ, ਪਰ ਮਾਨਸਿਕ ਤਲ ਤੇ ਵੀ ਅਸੀਂ ਰੋਗੀ ਹਾਂ। ਹਉਮੈ ਵਾਲਾ ਵੀ ਰੋਗ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਬਾਣੀ ਅੰਦਰ ਸਾਨੂੰ ਸਮਝਾਇਆ, ਆ ਤ੍ਰਿਸ਼ਨਾ ਵੀ ਰੋਗ ਹੈ, ਕ੍ਰੋਧ ਵੀ ਇੱਕ ਬਿਮਾਰੀ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ, ਸਭ ਕੁਝ ਪਾਏ ਕਿਤੇ ਆ ਦੇਹ ਨੂੰ ਰੋਗ ਨਾ ਲਾ ਕੇ ਬਹਿ ਜਾਈ। ਇਸ ਲਈ ਕਹਿੰਦੇ ਕ੍ਰੋਧ ਵਿੱਚ ਆਏ ਨੇ, ਰਿਸ ਪੂਰੇ ਗੁੱਸੇ ਦੇ ਵਿੱਚ ਆਏ ਹੋਏ, ਇਹ ਆਪਣੀ ਹੁਣ ਕਲਾ ਦਿਖਾਉਣ ਲੱਗ ਪਏ ਵੀ ਅਸੀਂ ਯੋਗ ਸਾਧਨਾਵਾਂ ਕਰਕੇ ਹੁਣ ਤੱਕ ਕਿੰਨੀ ਕੁ ਪਾਵਰ ਇਕੱਠੀ ਕੀਤੀ ਹੈ। ਉਸ ਮੁਤਾਬਕ ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਭਰਮਾਉਣ, ਗੁਰੂ ਸਾਹਿਬ ਨੂੰ ਡਰਾਉਣ ਵਾਸਤੇ ਜੋ ਇਹਨਾਂ ਕੋਲ ਸਮੱਗਰੀਆਂ ਸੀ ਨਾ, ਜਿਨ੍ਹਾਂ ਨੂੰ ਸਮਝ ਆ ਗਈ ਉਹ ਇੱਕ ਪਾਸੇ ਹੱਥ ਜੋੜ ਕੇ ਖਲੋਤੇ ਆ, ਤੇ ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹ ਗੁੱਸੇ ਵਿੱਚ ਆ ਕੇ ਆਪਣੇ ਸਮਾਨ ਨੂੰ ਹਵਾ ਵਿੱਚ ਉਡਾਉਣ ਦਾ ਯਤਨ ਕਰਕੇ ਕਿ ਗੁਰੂ ਨਾਨਕ ਸਾਹਿਬ ਜੀ ਅੰਦਰ ਸਾਡਾ ਭੈ ਪੈਦਾ ਹੋ ਜਾਵੇ। ਪਰ ਇਹ ਨਹੀਂ ਪਤਾ ਉਹ ਤੇ ਨਿਰਭਉ ਨੇ, ਉਹ ਤੇ ਭੈ ਤੋਂ ਰਹਿਤ। ਹੁਣ ਇਹ ਵੀ ਧਿਆਨ ਰੱਖਿਓ, ਵਿਚਾਰਾਂ ਬਹੁਤ ਨੇ ਸਮਝਣ ਵਾਲੀਆਂ, ਜਿਹਨੂੰ ਗਿਆਨ ਆ ਜਾਵੇ ਉਹ ਕਦੇ ਕ੍ਰੋਧਿਤ ਨਹੀਂ ਹੁੰਦਾ, ਉਹ ਕਦੇ ਗੁੱਸੇ ਵਿੱਚ ਆ ਕੇ ਕਿਸੇ ਨੂੰ ਡਰਾਉਂਦਾ ਨਹੀਂ ਹੈ, ਕਿਸੇ ਦੇ ਰੋਬ ਨਹੀਂ ਪਾਉਂਦਾ, ਤੇ ਜਿਹੜਾ ਅੰਦਰੋਂ ਖਾਲੀ ਹੋਵੇ ਐਵੇਂ ਲੋਕਾਂ ਨੂੰ ਡਰਾਈ ਜਾਂਦਾ ਹੈ। ਗਿਆਨੀ ਕਿਹਨੂੰ ਕਿਹਾ ਸੀ? ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਰ। ਹੁਣ ਗੁਰੂ ਨਾਨਕ ਸਾਹਿਬ ਡਰਾਉਂਦੇ ਥੋੜੀ ਪਏ ਇਹਨਾਂ ਨੂੰ,
ਸਮਝਾਉਂਦੇ ਪਏ ਨੇ। ਡਰਾਉਣਾ ਹੋਰ ਚੀਜ਼ ਹੈ, ਸਮਝਾਉਣਾ ਹੋਰ ਚੀਜ਼ ਹੈ। ਸਮਝਾਉਂਦੇ ਪਏ ਨੇ ਕਿ ਤੁਸੀਂ ਕੁਰਾਏ ਪਏ ਹੋਏ ਹੋ, ਇਹ ਰਾਹ ਛੱਡ ਕੇ ਰਾਹ ਪੈ ਜਾਓ ਜੇ ਮੰਜ਼ਿਲ ਤੇ ਪਹੁੰਚਣਾ ਹੈ। ਪਰ ਇਹ ਆਪਣਾ ਕ੍ਰੋਧ ਦਿਖਾ ਕੇ ਗੁਰੂ ਸਾਹਿਬ ਨੂੰ ਡਰਾਉਣ ਲੱਗੇ ਹੋਏ ਨੇ। ਕਹਿੰਦੇ ਜਿੰਨੇ ਵੀ ਹੰਕਾਰ ਨਾਲ ਭਰੇ ਸਨ, ਇਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਜੋ ਇਹਨਾਂ ਕੋਲ ਸਮੱਗਰੀ ਸੀ ਉਹ ਇਹਨਾਂ ਨੇ ਹਵਾ 'ਚ ਉਡਾਉਣੀਆਂ ਸ਼ੁਰੂ ਕੀਤੀਆਂ। ਕਾਹੂ ਨੇ ਬੈਰਾਗਣ ਚਲਾਈ ਨਭ ਪੇਖੀਏ। ਕਿਸੇ ਨੇ ਕਹਿੰਦੇ ਮਿਰਗਾਨੀ ਦਾ ਅਰਥ ਹੁੰਦਾ ਹੈ ਮ੍ਰਿਗਸ਼ਾਲਾ ਜਿਹਨੂੰ ਕਹਿੰਦੇ ਆ, ਉਹ ਮਿਰਗ ਦੀ ਹਿਰਨ ਦੀ ਖੱਲ, ਉਹ ਹਵਾ ਵਿੱਚ ਕਹਿੰਦੇ ਕਿਸੇ ਨੇ ਉਡਾ ਦਿੱਤੀ। ਕਿਸੇ ਨੇ ਬੈਰਾਗਣ ਆਪਣੀ ਜਿਹੜੀ ਸੀ ਉਹ ਉਡਾ ਦਿੱਤੀ ਹਵਾ ਦੇ ਵਿੱਚ। ਜੋ ਇਹਨਾਂ ਨੇ ਯੋਗ ਸਾਧਨਾਵਾਂ ਕਰਕੇ ਆਪਣੀ ਅੰਦਰ ਇੱਕ ਪਾਵਰ ਜੀ ਬਣਾਈ ਸੀ ਉਹ ਦਿਖਾਉਂਦੇ ਹਨ। ਸਿੰਘੀ ਕੋ ਬਜਾਏ ਹੱਥ ਤਿਆਗ ਕੇ ਪਰਮਾਏ। ਕਹਿੰਦੇ ਨੇ ਸਿੰਘੀ ਜਿਹੜੀ ਸਾਜ਼ ਇਹਨਾਂ ਦਾ ਵਜਾਉਣ ਵਾਲਾ ਉਹ ਹੱਥ ਤੋਂ ਛੱਡ ਕੇ ਵਜਾ ਕੇ ਗੁਰੂ ਸਾਹਿਬ ਨੂੰ ਦਿਖਾਉਂਦੇ ਹਨ। ਡੰਡਾ ਸੌਜ ਸਭ ਆਪਣੀ ਆਕਾਸ਼ ਮੈਂ ਉਡਾਈਆ। ਡੰਡਾ ਜਿਹੜਾ ਇਹਨਾਂ ਦੇ ਹੱਥ ਵਿੱਚ ਪਕੜਿਆ ਹੋਇਆ ਉਹ ਕਹਿੰਦੇ ਨੇ ਹਵਾ ਦੇ ਵਿੱਚ ਉਡਾ ਕੇ ਉਹਨੂੰ ਘੁਮਾ ਕੇ ਔਰ ਸੋਜ ਦਾ ਅਰਥ ਹੁੰਦਾ ਸਮੱਗਰੀ। ਜਿੰਨੀ ਵੀ ਇਹਨਾਂ ਦੇ ਕੋਲ ਸਮੱਗਰੀ ਹੈ ਇਹ ਸਾਰੀ ਆਪਣੇ ਹੱਥਾਂ ਤੋਂ ਛੱਡ ਕੇ ਆਕਾਸ਼ ਵਿੱਚ ਉਡਾ ਕੇ ਗੁਰੂ ਸਾਹਿਬ ਜੀ ਨੂੰ ਡਰਾਉਣ ਦਾ ਯਤਨ ਕਰ ਰਹੇ ਹਨ। ਮੁੰਦਾ ਪੁੰਨ ਫਰੂਆ ਜੇ ਸੁਕਤੀ ਫਿਰਤ ਕੀਤੀ। ਕਹਿੰਦੇ ਜਿਹੜੀਆਂ ਇਹਨਾਂ ਦੀਆਂ ਕੰਨ ਦੀਆਂ ਮੁੰਦਰਾਂ ਨੇ ਜਾਂ ਪਰੂਆ ਠੂਠਾ ਹੈ, ਇਹ ਵੀ ਹਵਾ ਵਿੱਚ ਸ਼ੂੰਕਦੇ, ਇਹਨਾਂ ਦੀ ਆਵਾਜ਼ ਸ਼ੂੰ ਦੀ ਆਵਾਜ਼ ਆਉਂਦੀ ਹੈ। ਜੇਤੋ ਜੋਰ ਤੇ ਤੋ ਤਾਂ ਸਭ ਲਾਈਆ। ਜਿਹਦੇ ਕੋਲ ਜਿੰਨਾ ਜ਼ੋਰ ਸੀ ਨਾ, ਉਹਨੇ ਜੋਗੀਆਂ ਨੇ ਆਪਣਾ ਸਾਰਾ ਜ਼ੋਰ ਲਾ ਕੇ ਗੁਰੂ ਨਾਨਕ ਜੀ ਨੂੰ ਦਿਖਾ ਦਿੱਤਾ ਵੀ ਮੇਰੇ ਵਿੱਚ ਇੰਨਾ ਜ਼ੋਰ। ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦੁਨੀਆ 'ਚ ਜ਼ੋਰ ਦਿਖਾਉਂਦੇ ਹਾਂ ਅਸੀਂ ਇੱਕ ਦੂਜੇ ਨੂੰ ਵੱਧ ਕੇ, ਪਰ ਜਦੋਂ ਇੱਥੇ ਆਉਣਾ ਇੱਥੇ ਜ਼ੋਰ ਦਿਖਾਉਣ ਨਹੀਂ ਆਉਣਾ। ਜੇ ਇੱਥੇ ਜ਼ੋਰ ਦਿਖਾਣ ਆ ਵੀ ਗਏ ਤੇ ਚੱਲਣਾ ਕੋਈ ਨਹੀਂ। ਇਸ ਲਈ ਹੱਥ ਜੋੜ ਕੇ ਇਹੀ ਆਪਾਂ ਕਹਿ ਦਈਏ ਜਿਹਦੇ 'ਚ ਸਾਡਾ ਭਲਾ ਹੈ, ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਕੈਂ ਜਿਉਂ ਭਾਵੈ ਤਿਵੇਂ ਬਖਸ਼। ਜਿਵੇਂ ਮਾਲਕਾ ਤੈਨੂੰ ਪਾਉਂਦਾ ਬਖਸ਼ ਲੈ। ਦੁਨੀਆ ਤੇ ਜ਼ੋਰ ਚੱਲਦਾ ਪਰ ਤੁਹਾਡੇ ਅੱਗੇ ਸਾਡਾ ਜ਼ੋਰ ਕੋਈ ਨਹੀਂ ਚੱਲਣਾ। ਜਿਸ ਠਾਕੁਰ ਸਿਓ ਨਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਇੱਕ ਦਿਨ ਬੇਨਤੀ ਕੀਤੀ ਸੀ, ਆ ਵੇਖਣ ਨੂੰ ਸੀਨ ਮਿਲਦੇ ਆ ਕਿ ਜਿੱਥੇ ਜ਼ੋਰ ਚੱਲਦਾ ਬੰਦਾ ਬਾਹਾਂ ਚੱਕ ਕੇ ਜ਼ੋਰ ਦਿਖਾਉਂਦਾ ਹੈ, ਤੇ ਜਿੱਥੇ ਦੇਖਿਆ ਨਾ ਵੀ ਮੇਰੇ ਨਾਲੋਂ ਵੱਧ ਜ਼ੋਰ ਵਾਲਾ ਹੈ ਉੱਥੇ ਹੱਥ ਜੋੜ ਕੇ ਪਾਸਿਓਂ ਲੱਗ ਜਾਂਦਾ ਹੈ ਵੀ ਇੱਥੇ ਮੇਰਾ ਜ਼ੋਰ ਚੱਲਣਾ ਕੋਈ ਨਹੀਂ। ਹੁਣ ਇਹ ਆਪਣਾ ਸਾਰਾ ਜ਼ੋਰ ਜਿੰਨਾ ਵੀ ਜਿਹਦੇ ਕੋਲ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਹੋ ਕੇ ਗੁੱਸੇ ਵਿੱਚ ਆਏ ਦਿਖਾਉਂਦੇ ਹਨ। ਹਿਰਦੈ ਗਰਬਾਏ ਨੇ ਜੇ ਸ਼ਕਤ ਲਗਾਏ ਸਿੱਧ। ਕਹਿੰਦੇ ਜਿੰਨੇ ਵੀ ਸਿੱਧ ਜੋਗੀ ਨੇ ਗਰਭ ਆਏ ਹੰਕਾਰ ਵਿੱਚ ਭਰੇ ਹੋਏ ਆਪਣੀ ਸ਼ਕਤ ਤਾਕਤ ਦਿਖਾਉਂਦੇ ਹਨ। ਪੰਕੀ ਜੋ ਫਿਰਤ ਅਸਮਾਨ ਰਹਿਓ ਸ਼ਾਈਆ। ਜਿਸ ਤਰ੍ਹਾਂ ਪੰਛੀ ਜਿਹੜੇ ਆਸਮਾਨ ਵਿੱਚ ਉੱਡਦੇ ਹਨ, ਇਹਨਾਂ ਨੇ ਆਪਣਾ ਸਾਰਾ ਸਾਜੋ ਸਮਾਨ ਇਸੇ ਤਰ੍ਹਾਂ ਕਰਕੇ ਦਿਖਾਇਆ ਹੈ। ਨਾਨਕ ਜੀ ਤੁਸ਼ਨ ਕੋ ਧਾਰ ਕਰ ਬੈਸ ਰਹੇ। ਧੰਨ ਗੁਰੂ ਨਾਨਕ ਸਾਹਿਬ ਜੀ ਚੁੱਪ ਬੈਠੇ ਆ ਵੀ ਲਾ ਲੈਣ ਜਿੰਨਾ ਜ਼ੋਰ ਲੱਗਦਾ ਹੈ, ਜਿਹੜੀ ਇਹਨਾਂ ਵਿੱਚ ਕਲਾ ਹੈ ਦਿਖਾ ਲੈਣ, ਇੱਕ ਵਾਰੀ ਆਪਣਾ ਜ਼ੋਰ ਤਾਕਤ ਦਿਖਾ ਲੈਣ। ਸਤਿਗੁਰੂ ਜੀ ਵੇਖ ਰਹੇ ਨੇ ਪਰ ਤੁਸ਼ਨ ਚੁੱਪ ਨੇ, ਕੁਝ ਨਹੀਂ ਬੋਲ ਰਹੇ। ਦੇਖਤ ਤਮਾਸ਼ੋ ਪੈਣਾ ਵਾਕ ਕੋ ਅਲਾਈਆ। ਸਤਿਗੁਰੂ ਜੀ ਇਹਨਾਂ ਜੋਗੀਆਂ ਦਾ ਤਮਾਸ਼ਾ ਵੇਖ। ਸਿਆਣਾ ਬੰਦਾ ਨਾ ਪਹਿਲਾਂ ਤਮਾਸ਼ਾ ਵੇਖਦਾ ਹੈ ਵੀ ਇਹ ਕਰ ਕੀ ਰਿਹਾ, ਕੀ ਹੈ ਇਹ। ਜਦੋਂ ਸਾਰੀ ਗੱਲ ਸਮਝਦਾ ਫਿਰ ਉਹ ਬੋਲਦਾ ਹੈ। ਕਹਿੰਦੇ ਗੁਰੂ ਸਾਹਿਬ ਚੁੱਪ ਕਰਕੇ ਬੈਠੇ ਵੇਖ ਰਹੇ ਨੇ, ਇਹ ਗੁੱਸੇ ਵਿੱਚ ਆਏ ਹੋਏ ਆਪਣਾ ਜ਼ੋਰ ਦਿਖਾਉਂਦੇ ਨੇ। ਗੁਰੂ ਸਾਹਿਬ ਨੇ ਕੋਈ ਵਾਕ ਆਪਣੇ ਮੁਖ ਤੋਂ ਨਹੀਂ ਬੋਲਿਆ। ਜਾਣਿਓ ਸਭ ਸਿੱਧ ਅਬ ਡਰਿਓ ਔਰ ਮਾਹੇ। ਹੁਣ ਜਿਹੜੇ ਸਿੱਧ ਸੀ ਨਾ, ਕਈ ਵਾਰੀ ਚੁੱਪ ਵੀ ਬੰਦਾ ਗਲਤ ਸਮਝ ਲੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਬੋਲੇ ਕੁਝ ਨਹੀਂ, ਇਹਨਾਂ ਦਾ ਹੰਕਾਰ ਹੋਰ ਵੱਧ ਗਿਆ। ਕਹਿੰਦੇ ਦੇਖਿਆ ਨਾਨਕ ਜੀ ਡਰ ਗਏ। ਸਾਡੀ ਇਹਨਾਂ ਅਸੀਂ ਆਪਣਾ ਜ਼ੋਰ ਦਿਖਾਇਆ, ਆਪਣੀਆਂ ਸਾਰੀਆਂ ਸਮੱਗਰੀਆਂ ਹਵਾ 'ਚ ਉਡਾਤੀਆਂ ਤੇ ਨਾਨਕ ਜੀ ਬੋਲੇ ਕੋਈ ਨਹੀਂ, ਲੱਗਦਾ ਇਹ ਡਰ ਗਏ ਨੇ ਸਾਡੀ ਕਲਾ ਵੇਖ ਕੇ। ਕਈ ਵਾਰ ਬੰਦਾ ਜੇ ਚੁੱਪ ਰਹਿੰਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਡਰ ਗਿਆ ਹੈ, ਇਹ ਉਹਦੀ ਕਈ ਵਾਰ ਸਿਆਣਪ ਹੁੰਦੀ ਹੈ ਬੰਦੇ ਦੀ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਚੁੱਪ ਕੀਤਿਆਂ ਵੇਖ ਕੇ ਇਹਨਾਂ ਦਾ ਹੰਕਾਰ ਵਧਿਆ। ਕਹਿੰਦੇ ਨੇ ਲੱਗਦਾ ਸਾਡਾ ਇਹ ਜ਼ੋਰ, ਸਾਡੀ ਕਲਾ, ਸਾਡੀ ਤਾਕਤ ਵੇਖ ਕੇ ਨਾਨਕ ਜੀ ਵਿੱਚ ਭੈ ਆ ਗਿਆ ਹੈ। ਦੂਨੇ ਗਰਬਾਏ ਚਾਹੇ ਚਿੱਤ ਮੈਂ ਵਧਾਇਓ ਹੈ। ਹੁਣ ਹੋਇਆ ਕਿ ਦੂਨੇ ਗਰਬ ਆਏ, ਜਿੰਨਾ ਹੰਕਾਰ ਸੀ ਨਾ ਉਹਦੇ ਨਾਲੋਂ ਦੁੱਗਣਾ ਹੋ ਗਿਆ ਹੰਕਾਰ। ਤੇ ਜਿਹੜੇ ਜੋਗੀ ਸਹਿਮਤ ਸੀ ਗੁਰੂ ਨਾਨਕ ਜੀ ਦੇ ਨਾਲ, ਉਹਨਾਂ ਨੂੰ ਹੰਕਾਰ ਵਾਲੇ ਕਹਿੰਦੇ ਦੇਖਿਆ ਮਾੜੀ ਜੀ ਅਸੀਂ ਤਾਕਤ ਦਿਖਾਈਏ ਤੇ ਨਾਨਕ ਜੀ ਤੁਹਾਡੇ ਚੁੱਪ ਹੀ ਕਰ ਗਏ, ਉਹ ਬੋਲੇ ਹੀ ਕੋਈ ਨਹੀਂ। ਕਹਿੰਦੇ ਨੇ ਉਹਨਾਂ ਦਾ ਹੰਕਾਰ ਦੁੱਗਣਾ ਹੋ ਗਿਆ। ਆਏ ਕਾ ਨਿਕਟ ਬੋਲੇ ਬਚਨ ਬਿਕਟ ਤਬ। ਕਹਿੰਦੇ ਆ ਕੇ ਕੋਲ, ਬਿਕਟ ਦਾ ਅਰਥ ਹੁੰਦਾ ਉਲਟ ਬੋਲ ਬੋਲਣੇ, ਪੁੱਠੇ ਬੋਲ ਬੋਲਣੇ। ਕਿਉਂਕਿ ਹੰਕਾਰ ਸਿੱਧੇ ਬੋਲ ਤਾਂ ਬੁਲਾਉਂਦਾ ਨਹੀਂ। ਗੁੱਸਾ ਜਦੋਂ ਬੰਦੇ ਨੂੰ ਆਵੇ ਕ੍ਰੋਧ ਤੇ ਬੰਦਾ ਸਿੱਧੇ ਬੋਲ ਥੋੜੀ ਬੋਲਦਾ ਹੈ। ਗੁੱਸੇ ਵਿੱਚ ਆਇਆ ਬੰਦਾ ਪੁੱਠੇ ਬੋਲ ਹੀ ਬੋਲਦਾ ਹੈ। ਇਹਨਾਂ ਨੇ ਵੀ ਇਸ ਤਰ੍ਹਾਂ ਬੋਲਿਆ ਹੈ। ਦੇਖ ਸਭ ਸਿੱਧਨ ਕੀ ਸਿੱਧ ਜੋ ਲਗਾਇਓ ਹੈ। ਕਹਿੰਦੇ ਦੇਖੋ ਆ ਸਿੱਧਾਂ ਨੇ ਜੋਗੀਆਂ ਨੇ ਜਿਹੜੀ ਆਪਣੀ ਕਲਾ ਵਿਖਾਈ ਹੈ, ਇਹਨੂੰ ਚੰਗੀ ਤਰ੍ਹਾਂ ਦੇਖ ਲਓ। ਸੀਖ ਲੀਨੇ ਬੋਲ ਮੇਰੇ ਤੇਰੇ ਪਾਸ ਬੈਸ ਕਰ। ਕਹਿਣ ਲੱਗੇ ਤੁਹਾਡੇ ਜਿਹੜੇ ਇਹ ਬੋਲ ਸਨ ਅਸੀਂ ਇਹ ਚੰਗੀ ਤਰ੍ਹਾਂ ਸੁਣੇ ਸੀ, ਪਰ ਹੁਣ ਸਾਡੀ ਵੀ ਗੱਲ ਸੁਣਨਾ ਕਰੋ। ਤਪਾ ਕੋ ਕਹਾਏ ਜਗ ਹਿਰਦੈ ਗਰਬਾਇਓ ਹੈ। ਕਹਿੰਦੇ ਤੁਸੀਂ ਆਪਣੇ ਆਪ ਨੂੰ ਤਪਾ ਕਹਾਉਂਦੇ ਹੋ, ਤੁਸੀਂ ਕਹਿੰਦੇ ਹੋ ਵੀ ਆਹ ਯੋਗ ਮਤ ਹੈ, ਤੁਸੀਂ ਆਪਣੇ ਆਪ ਨੂੰ ਤਪਾ ਕਹਾ ਰਹੇ ਹੋ, ਪਰ ਆਹ ਦੇਖੋ ਅੱਜ ਜਿਹੜਾ ਇਹ ਅਸੀਂ ਜੋ ਤੁਹਾਨੂੰ ਦਿਖਾਇਆ ਹੈ। ਮਾਨਤ ਨਾ ਬਾਤ ਸਮਝਾਇਓ ਭਲੀ ਭਾਂਤ। ਕਹਿੰਦੇ ਇਹਨਾਂ ਨੂੰ ਹੁਣ ਹੰਕਾਰ ਵਿੱਚ ਆ ਕੇ ਨਾ ਦੁੱਗਣਾ ਹੰਕਾਰ ਹੋ ਗਿਆ ਤੇ ਆ ਕੇ ਕਹਿੰਦੇ ਤੁਹਾਨੂੰ ਕਿੰਨੀ ਵਾਰ ਸਮਝਾਇਆ ਪਰ ਤੁਸੀਂ ਸਮਝਦੇ ਨਹੀਂ ਸੀ ਸਾਡੀ ਗੱਲ। ਅਸੀਂ ਕਿੰਨੀ ਵਾਰ ਤੁਹਾਨੂੰ, ਇਹ ਹੁਣ ਜੋਗੀ ਕਹਿ ਰਹੇ ਆ ਨਾਨਕ ਜੀ ਨੂੰ, ਤੁਹਾਨੂੰ ਕਿੰਨੀ ਵਾਰ ਸਮਝਾਇਆ, ਤੁਸੀਂ ਗੱਲ ਸਾਡੀ ਸਮਝੀ ਨਹੀਂ, ਤਾਂ ਅਸੀਂ ਤੁਹਾਨੂੰ ਆਪਣੀ ਤਾਕਤ ਦਿਖਾਈ ਹੈ। ਅਬ ਦੇਖੀ ਕਰਾਮਾਤ ਤੋਹੇ ਤੁਸ਼ਨ ਕਰਾਇਓ ਹੈ। ਦੇਖਿਆ ਸਾਡੀ ਕਰਾਮਾਤ ਨੇ ਤੁਹਾਨੂੰ ਤੁਸ਼ਨ ਕਰਵਾ ਦਿੱਤਾ, ਤੁਹਾਨੂੰ ਚੁੱਪ ਕਰਵਾ ਦਿੱਤਾ, ਤੁਹਾਡੀ ਬੋਲਤੀ ਬੰਦ ਕਰ ਦਿੱਤੀ। ਇਹ ਵਿਕਟ ਜਿਹੜੇ ਪੁੱਠੇ ਬੋਲ ਜੋਗੀ ਬੋਲਦੇ ਹਨ। ਅਜ ਹੁਣ ਲੋ ਸਿੱਧ ਵੇਖ ਲਿਹੋ ਨੇਰੇ ਵਾਰੋ ਹਟ। ਕਹਿੰਦੇ ਨੇ ਹੁਣ ਵੀ ਮੌਕਾ ਹੈ, ਆ ਦੇਖ ਲਈ ਨਾ ਸਿੱਧ ਦੀ ਕਲਾ, ਅਜੇ ਵੀ ਸਿੱਧ ਆ ਯੋਗ ਮਤ ਸਾਡਾ ਧਾਰਨ ਕਰ ਲਓ ਤੇ ਹੱਟ ਛੱਡ ਦੇਵੋ। ਗੋਰਖ ਕੇ ਚੇਲੇ ਹੋਏ ਮੁੰਦਾ ਕੰਨ ਪਾਈਏ। ਗੋਰਖਨਾਥ ਦੇ ਚੇਲੇ ਬਣ ਜਾਓ ਔਰ ਸਾਡੇ ਵਾਂਗੂ ਕੰਨਾਂ ਵਿੱਚ ਮੁੰਦਰਾਂ ਪਾ ਲਵੋ। ਸਭ ਕੇ ਸਮਾਨ ਬਨ ਜੋਗ ਕੋ ਨਿਧਾਨ ਹੋਵੋ। ਇਸ ਲਈ ਸਾਡੇ ਵਰਗੇ ਸਾਰਿਆਂ ਵਰਗੇ ਜੋਗੀ ਬਣੋ, ਪਾਓ ਕੰਨਾਂ 'ਚ ਮੁੰਦਰਾਂ। ਤਨ ਉੱਤੇ ਵਿਭੂਤੀ ਜਿਵੇਂ ਅਸੀਂ ਮੱਲੀਆਂ ਤੁਸੀਂ ਵੀ ਮੱਲੋ, ਜਿਵੇਂ ਸਾਡੇ ਕੋਲ ਆ ਸਮੱਗਰੀਆਂ ਨੇ ਤੁਸੀਂ ਵੀ ਆਪਣੇ ਕੋਲ ਰੱਖੋ। ਗੋਰਖਨਾਥ ਦੇ ਚੇਲੇ ਬਣ ਜਾਓ, ਬਸ ਸਾਡੀ ਇਹ ਗੱਲ ਤੁਸੀਂ ਮੰਨ ਲਵੋ। ਵਚਨ ਕੋ ਮਾਨ ਕੇ ਵਿਭੂਤ ਤਨ ਲਾਈਏ। ਇਹ ਖਜ਼ਾਨਾ ਤੁਸੀਂ ਵੀ ਲੈ ਲਓ ਤੇ ਤਨ ਉੱਤੇ ਵਿਭੂਤੀ ਮਲ ਕੇ ਸਾਡੇ ਵਰਗੇ ਹੋ ਜਾਵੋ। ਜਰਾ ਦੁੱਖ ਜਾਏ ਰਹੋ ਸਿੱਧਨ ਕੇ ਮਾਹੇ ਸਦਾ। ਜੇ ਸਾਡੇ ਸਿੱਧਾਂ ਵਿੱਚ ਜੋਗੀਆਂ ਵਿੱਚ ਆ ਕੇ ਇਹ ਮਤ ਅਪਣਾ ਲੋਗੇ ਤਾਂ ਤੁਹਾਨੂੰ ਬੜੇਪਾ ਵੀ ਨਹੀਂ ਸਤਾਏਗਾ। ਤੁਹਾਨੂੰ ਬੜੇਪਾ ਵੀ ਜਿਹੜਾ ਇਹ ਸਤਾਏਗਾ ਨਹੀਂ। ਜਦ ਕਹਿੰਦੇ ਨੇ ਬੜੇਪੇ ਨੂੰ, ਉਹਦਾ ਦੁੱਖ ਵੀ ਤੁਹਾਨੂੰ ਨਹੀਂ ਸਤਾਵੇਗਾ। ਕਲਾਵਾਨ ਹੋਏ ਕੇ ਜਗਤ ਤੇ ਪੁਜਾਈਏ। ਆਪਣੇ ਆਪ ਨੂੰ ਸਾਡੇ ਵਾਂਗੂ ਕਲਾਵਾਨ ਬਣੋ, ਸਾਡੇ ਵਾਂਗੂ ਤਾਕਤਵਰ ਬਣੋ, ਸਾਡੇ ਵਾਂਗੂ ਇਹ ਯੋਗ ਸਾਧਨਾ ਕਰਕੇ ਇਹ ਤਾਕਤ ਹਾਸਲ ਕਰੋ ਤੇ ਸਾਰੀ ਜਗਤ ਵਿੱਚ ਆਪਣੀ ਪੂਜਾ ਕਰਵਾਓ। ਸਾਰੀ ਜਗਤ ਵਿੱਚ ਤੁਹਾਡੀ ਪੂਜਾ ਹੋਵੇਗੀ। ਕਹਿ ਤੋ ਚੇਲੋ ਹੋਇਓ ਨਾ ਤੋ ਸ਼ਕਤ ਦਿਖਾਈਏ ਅਬ। ਜਾਂ ਤਾਂ ਗੋਰਖਨਾਥ ਦੇ ਚੇਲੇ ਬਣ ਜਾਓ, ਜਿਵੇਂ ਚੈਲੰਜ ਕਰਨਾ ਨਾ ਕਿਸੇ ਨੂੰ ਵੀ ਕਹਿੰਦੇ ਜਾਂ ਤਾਂ ਸਿੱਧੇ ਹੋ ਕੇ ਚੇਲੇ ਬਣ ਜਾਓ ਗੋਰਖਨਾਥ ਦੇ, ਤੇ ਜਾਂ ਫਿਰ ਤੁਹਾਡੇ ਕੋਲ ਕੋਈ ਹੋਰ ਕਲਾ ਹੈ ਤੇ ਦਿਖਾਉਣਾ ਕਰੋ। ਦੋ ਮੈਂ ਇੱਕ ਕਹੀਏ ਨਿਜ ਪ੍ਰਾਨ ਕੋ ਬਚਾਈਏ। ਦੋਨਾਂ ਵਿੱਚੋਂ ਇੱਕ ਮੰਨ ਲਓ, ਨਹੀਂ ਮੰਨਣੀ ਤੇ ਫਿਰ ਆਪਣੇ ਪ੍ਰਾਣ ਤੁਸੀਂ ਗਵਾ ਬੈਠੋਗੇ। ਜੇ ਪ੍ਰਾਣ ਬਚਾਉਣਾ ਚਾਹੁੰਦੇ ਹੋ ਨਾ ਤੇ ਦੋਵਾਂ ਚੋਂ ਇੱਕ ਗੱਲ ਮੰਨ ਲਓ, ਜਾਂ ਤੇ ਕਲਾ ਵਿਖਾਓ ਸਾਨੂੰ, ਹੋਰ ਅਸੀਂ ਜਿੰਨੀ ਵੀ ਸਮੱਗਰੀ ਹਵਾ 'ਚ ਅਸੀਂ ਉਡਾਈ ਆ ਇਹਨਾਂ ਨੂੰ ਥੱਲੇ ਲਿਆ ਕੇ ਵਿਖਾਓ। ਆਪ ਵੀ ਹਵਾ 'ਚ ਉੱਡਣ ਲੱਗ ਪਏ। ਐਸੀ ਕਲਾ ਸੀ ਜੋਗੀਆਂ ਕੋਲ ਯੋਗ ਸਾਧਨਾ ਕਰਕੇ। ਕਹਿੰਦੇ ਹੁਣ ਸਾਨੂੰ ਥੱਲੇ ਲਾ ਕੇ ਤੁਸੀਂ ਵਿਖਾਓ ਜੇ ਕਲਾ ਹੈ, ਜਾਂ ਤੇ ਗੋਰਖਨਾਥ ਦੇ ਚੇਲੇ ਬਣ ਜਾਓ ਜੇ ਤੁਸੀਂ ਆਪਣੇ ਪ੍ਰਾਣ ਬਚਾਉਣਾ ਚਾਹੁੰਦੇ ਹੋ। ਸੁਨੇ ਅਸ ਬੈਨ ਮੁਸਕਾਨੇ ਗਤ ਰੈਨ। ਗੁਰੂ ਨਾਨਕ ਸਾਹਿਬ ਜੀ ਇਹਨਾਂ ਦੀ ਮਤ ਵੱਲ, ਇਹਨਾਂ ਦੀ ਸੋਚ ਵੱਲ ਵੇਖ ਕੇ ਮੁਸਕਰਾ ਪਏ।
ਕਿ ਇਹ ਜਿਹੜਾ ਮੇਰਾ ਚੁੱਪ ਕਰ ਜਾਣਾ ਨਾ, ਇਹ ਉਲਟ ਸਮਝ ਬੈਠੇ ਨੇ ਕਿ ਅਸੀਂ ਆਪਣੀ ਕਲਾ ਵਿਖਾ ਕੇ ਨਾਨਕ ਜੀ ਅੰਦਰ ਭੈ ਡਰ ਪੈਦਾ ਕਰ ਦਿੱਤਾ। ਸਤਿਗੁਰੂ ਜੀ ਇਹਨਾਂ ਦੀ ਮੂਰਖਤਾ ਵੱਲ ਵੇਖ ਕੇ ਮੁਸਕਰਾਉਂਦੇ ਹਨ। ਸਭ ਸ਼ਕਤ ਕੇ ਐਨ ਬੋਲੇ ਸਹਿਜ ਸੁਭਾਇਕ ਹੈ। ਧੰਨ ਗੁਰੂ ਮਹਾਰਾਜ ਜੀ, ਇਹਨਾਂ ਕੋਲ ਕਿੰਨੀ ਕਲਾ, ਕਿਸੇ ਕੋਲ 1 ਹੈ, ਕਿਸੇ ਕੋਲ 2 ਹੈ, ਕਿਸੇ ਕੋਲ 4 ਹੈ, ਪਰ ਇਹ ਨਹੀਂ ਨਾ ਪਤਾ ਜਿਹੜਾ ਚੁੱਪ ਕਰਕੇ ਬੈਠਾ ਉਹ ਸਰਬ ਕਲਾ ਸਮਰੱਥ ਹੈ, ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਸਰਬ ਕਲਾ ਸਮਰੱਥ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਕੌਸ ਤੂੰ ਹਮਾਰੀ ਅਬ ਹੋਈਏ ਆਕਾਸ਼ਚਾਰੀ। ਸਹਿਜ ਸੁਭਾਅ ਵਿੱਚ ਬੋਲੇ। ਇੱਕ ਗੱਲ ਧਿਆਨ ਚ ਰੱਖਿਓ, ਜੇ ਸਾਹਮਣੇ ਵਾਲਾ ਗੁੱਸੇ 'ਚ ਬੋਲਦਾ ਤੇ ਆਪਾਂ ਵੀ ਗੁੱਸੇ ਵਿੱਚ ਉਹਦਾ ਜਵਾਬ ਨਹੀਂ ਦੇਣਾ, ਫਿਰ ਫਰਕ ਹੀ ਰਹਿ ਗਿਆ। ਦੋਵੇਂ ਕਰੋਧ ਵਿੱਚ ਆ ਗਏ ਤੇ ਫਿਰ ਗੱਲ ਨਿਬੜਨੀ ਥੋੜੀ ਆ, ਨਿਬੜੀ ਹੋਈ ਗੱਲ ਵੀ ਵਿਗੜ ਜਾਣੀ ਆ। ਇੱਕ ਨੂੰ ਸਹਿਜ ਵਿੱਚ ਰਹਿਣਾ ਪੈਣਾ। ਜੇ ਸਾਹਮਣੇ ਵਾਲਾ ਕਰੋਧ ਵਿੱਚ, ਜੇ ਸਾਹਮਣੇ ਵਾਲਾ ਮੂਰਖ ਹੈ ਤੇ ਅਸੀਂ ਥੋੜੀ ਮੂਰਖ ਬਣ ਜਾਣਾ। ਅਸੀਂ ਤੇ ਆਪਣੇ ਵੱਲੋਂ ਸਿਆਣਪ ਦਿਖਾਉਣੀ ਆ ਨਾ। ਗੁਰੂ ਮਹਾਰਾਜ ਜੀ ਕਰੋਧ ਵਿੱਚ ਆ ਕੇ ਨਹੀਂ, ਗੁੱਸੇ 'ਚ ਆ ਕੇ ਨਹੀਂ ਬੋਲੇ ਤੇ ਨਾ ਹੀ ਬੋਲ ਸਕਦੇ ਆ, ਕਿਉਂਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਸਤਿਗੁਰੂ ਹੱਸ ਪਏ, ਹੱਸ ਕੇ ਕਹਿੰਦੇ ਨੇ ਆ ਪੈਰ ਦੀ ਕੌਂਸ ਮੈਨੇ ਖੜਾਮ। ਮਹਾਰਾਜ ਕਹਿੰਦੇ ਤੂੰ ਮੇਰੀ ਤਾਂ ਛੱਡ, ਆ ਮੇਰੀ ਖੜਾਮ ਦੀ ਹੋਈ ਕਲਾ ਵੇਖ ਲੈ। ਤੁਸੀਂ ਐਵੇਂ ਉਡਾਰੀਆਂ ਮਾਰੀ ਜਾਂਦੇ ਹੋ, ਆਪਣੀ ਕਲਾ ਦਿਖਾਈ ਜਾਂਦੇ ਹੋ। ਸਾਹਿਬ ਕਹਿੰਦੇ ਜੇ ਮੇਰਾ ਚੁੱਪ ਕਰਕੇ ਬੈਠਣਾ ਤੁਸੀਂ ਗਲਤ ਸਮਝ ਲਿਆ ਤੇ ਮੇਰੀ ਤਾਂ ਛੱਡੋ, ਮੇਰੀ ਆ ਜਿਹੜੀ ਪੈਰ ਦੀ ਖੜਾਮ ਹੈ ਨਾ, ਤੁਸੀਂ ਇਹਦੇ ਅੱਗੇ ਨਹੀਂ ਟਿਕ ਸਕਦੇ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਖੜਾਮ ਦੇ ਰਾਹੀਂ ਫਿਰ ਕਿਵੇਂ ਇਹਨਾਂ ਹੰਕਾਰੀਆਂ ਦਾ ਹੰਕਾਰ ਤੋੜਦੇ ਆ। ਦੇਖੋ ਜਦੋਂ ਹੰਕਾਰ ਟੁੱਟਣਾ ਤੇ ਆ ਕੇ ਚਰਨਾਂ ਵਿੱਚ ਹੀ ਡਿੱਗਣਾ। ਤੇ ਜਿੰਨਾ ਵੀ ਇਹਨਾਂ ਨੇ ਕਲਾ ਆਪਣੀ ਦਿਖਾਈ ਆ ਨਾ, ਇਹ ਸਾਰੀ ਕਲਾ ਇਹਨਾਂ ਦੀ ਕਿਵੇਂ ਹੰਕਾਰ ਟੁੱਟੇਗਾ, ਇੱਕ ਸਿਰਫ ਗੁਰੂ ਸਾਹਿਬ ਨੇ ਜਿਹੜੀ ਖੜਾਮ ਪਾਈ ਹੈ ਉਹਦੇ ਨਾਲ, ਉਹ ਅਗਲੇਰੇ ਸਮੇਂ ਦੇ ਵਿੱਚ ਆਪਾਂ ਜਾਣਨ ਦਾ ਯਤਨ ਕਰਾਂਗੇ, ਕਿਉਂਕਿ ਅੱਜ ਦਾ ਸਮਾਂ ਸਮਾਪਤ ਹੈ। ਕਿਸ ਤਰ੍ਹਾਂ ਗੁਰੂ ਸਾਹਿਬ ਹੰਕਾਰ ਤੋੜਦੇ ਆ, ਕਿਵੇਂ ਇਹ ਗੁਰੂ ਸਾਹਿਬ ਅੱਗੇ ਆ ਕੇ ਝੁਕਦੇ ਆ। ਇਤਿਹਾਸ ਨੂੰ ਸੁਣਨਾ ਵੀ ਹੈ, ਸਮਝਣਾ ਵੀ ਹੈ। ਤੇ ਜੇ ਸਮਝ ਆਇਆ ਤੇ ਅਸੀਂ ਵੀ ਅਰਦਾਸ ਕਰੀਏ, ਮਹਾਰਾਜ ਜੀ ਤੁਹਾਡੇ ਦਰ ਤੇ ਆਉਂਦੇ ਹਾਂ, ਕਦੇ ਹੰਕਾਰ ਦੇ ਵਿੱਚ ਨਾ ਆਈਏ, ਕਦੇ ਵੀ ਅਸੀਂ ਆਈਏ ਤੇ ਨਿਮਰਤਾ ਤੇ ਪਿਆਰ ਵਿੱਚ ਭਿੱਜ ਕੇ ਆਈਏ। ਅਸੀਂ ਕੋਈ ਤੁਹਾਨੂੰ ਆਪਣਾ ਜ਼ੋਰ ਦਿਖਾਉਣ ਨਹੀਂ ਆਏ ਹਾਂ, ਕੋਈ ਆਪਣੇ ਉੱਚੇ ਅਹੁਦੇ ਦਾ ਮਾਣ ਹੰਕਾਰ ਲੈ ਕੇ ਨਹੀਂ ਆਏ ਹਾਂ। ਅਸੀਂ ਤੇ ਗੋਲੇ ਬਣਨ ਆਏ ਹਾਂ, ਤੇ ਗੋਲੇ ਬਣ ਕੇ ਅਸੀਂ ਤੁਹਾਡੀ ਕਿਰਪਾ ਲੈਣਾ ਚਾਹੁੰਦੇ ਹਾਂ। ਸਾਡੇ ਤੇ ਇਹ ਮਿਹਰ ਕਰ ਦਿਓ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਿਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮਰੀ ਸ਼ਰਨ ਤੁਮਹਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, 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 ਰਾਖੋ ਰਾਖਣ ਹਾਰ ਦਇਆਲਾ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਅਸੀਂ ਇਸ ਦਰ ਤੇ ਗੋਲੇ ਬਣਨ ਲਈ ਆਏ ਹਾਂ। ਨਿਮਰਤਾ ਤੇ ਪਿਆਰ ਭਾਵਨਾ ਵਿੱਚ ਆਈਏ ਤਾਂ ਕਿ ਸਤਿਗੁਰੂ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਮਿਲਣ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।